नगर निगम में हुई हड़ताल, जथेबंदियों ने किया प्रदर्शन। चौथा भी किया जाएगा, क्रिया भी की जाएगी। ये खुला चेतावनी है साढ़े वालों। यह वाल्मीकि साडा हक ये ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਮੈਂ ਸਫਾਈ ਕਰਮਚਾਰੀਆਂ ਦਾ ਪੈਸਾ ਖਾ ਰਿਹਾ ਵਾਂ। ਉਹਨਾਂ ਦੀ ਭਰਤੀ ਕਰਨ ਦੇ ਬਜਾਏ ਤੁਸੀਂ ਉਹਨਾਂ ਦਾ ਪੈਸਾ ਖਾ ਰਹੇ ਜਿਹੜਾ ਬਜਟ ਦੇ ਵਿੱਚ ਪਾਸ ਹੈਗਾ ਵਾ। ਅੰਮ੍ਰਿਤਸਰ ਪੇਜ ਦੇ ਸਾਰੇ ਲੋਕਾਂ ਦਾ ਸਵਾਗਤ ਹੈ। ਨਗਰ ਨਿਗਮ ਦੇ ਵਰਕਸ਼ਾਪ 'ਚ ਖੜੇ ਹਾਂ ਜਿੱਥੇ ਯੂਨੀਅਨਾਂ ਵੱਲੋਂ ਹੜਤਾਲ ਦੀ ਕਾਲ ਕਰ ਦਿੱਤੀ ਗਈ ਹੈ। ਅਸ਼ੂ, ਮੇਰਾ ਪਹਿਲਾ ਸਿੱਧਾ ਸਵਾਲ, 72 ਘੰਟੇ ਦਾ ਨੋਟਿਸ ਦਿੱਤਾ ਸੀ ਕਿ ਆ 72 ਘੰਟਿਆਂ ਦੇ ਵਿੱਚ ਮੇਅਰ ਨੇ ਜਾਂ ਨਗਰ ਨਿਗਮ ਦੇ ਕਿਸੇ ਆਲਾ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ। ਮੁਲਾਜ਼ਮ ਵੀ ਕਦੀ ਹੜਤਾਲ ਤੇ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। 3.5-4 ਸਾਲ ਹੋ ਗਏ ਨੇ ਮੁਲਾਜ਼ਮਾਂ ਨੇ ਬਿਲਕੁਲ ਹੜਤਾਲ ਨਹੀਂ ਕੀਤੀ ਕਿਉਂਕਿ ਕਰੋਨਾ ਕਾਲ ਜਦੋਂ ਦਾ ਚੱਲਿਆ ਉਦੋਂ ਦਾ ਜੰਗੀ ਪੱਧ ਦੇ ਕੰਮ ਮੁਲਾਜ਼ਮ ਕਰ ਰਹੇ ਨੇ। ਅਸੀਂ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਹਾਂ, ਸੜਕਾਂ ਤੇ ਹੁੰਨੇ ਆ। ਸਾਨੂੰ ਸਿਰਫ ਬਾਰ-ਬਾਰ ਮਾਣਯੋਗ ਮੇਅਰ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਵੱਲੋਂ ਟਾਰਗੇਟ ਕਰਕੇ ਮੁਲਾਜ਼ਮਾਂ ਨੂੰ ਟਾਰਗੇਟ ਕਰਕੇ ਮੁਲਾਜ਼ਮਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸ਼ੂ, ਮੇਰਾ ਇੱਕ ਸਵਾਲ ਹੈ, ਪਹਿਲਾਂ ਕਰੋਨਾ ਆਇਆ, ਤੁਸੀਂ ਸੜਕਾਂ ਤੇ ਸੀ, ਫਿਰ ਤੁਸੀਂ ਛੁੱਟੀ ਵਾਲੇ ਦਿਨ ਇੱਧਰ ਤੱਕ ਛੁੱਟੀ ਵਾਲੇ ਦਿਨ ਸ਼ਹਿਰ ਦੀ ਸੇਵਾ ਦਾ ਬੀੜਾ ਚੁੱਕਿਆ। ਅੱਜ ਇਹੋ ਜਿਹੇ ਹਾਲਾਤ ਕਿਸ ਬੰਦੇ ਕਾਰਨ ਬਣ ਗਏ? ਕਿਹੜੇ ਇਹੋ ਜਿਹੇ ਅਫਸਰ ਨੇ ਜਿਹੜੀ ਤੁਹਾਡੀ ਗੱਲ ਉੱਤੇ ਤੱਕ ਨਹੀਂ ਪਹੁੰਚਾ ਰਹੇ ਔਰ ਤੁਹਾਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ? ਦੇਖੋ, ਇਹਦੇ ਜ਼ਿੰਮੇਦਾਰ ਮਾਣਯੋਗ ਮੇਅਰ ਕਰਮਜੀਤ ਸਿੰਘ ਰਿੰਟੂ ਜੀ। ਕੁਝ ਮੁਲਾਜ਼ਮਾਂ ਦੇ ਵਿੱਚ ਸੈਂਟਰ ਇੰਸਪੈਕਟਰ ਦੇ ਵਿੱਚ ਕੋਈ ਆਪਸ ਦੇ ਵਿੱਚ ਮੁਠਭੇੜ ਹੋਈ ਹੀ ਮਾੜੀ ਜੀ, ਉਹਨੂੰ ਇਹਨਾਂ ਨੇ ਰਾਜਨੀਤੀ ਦਾ ਰੰਗ ਦੇ ਕੇ ਅੱਜ ਸੁਰਖੀ ਬਣਾ ਦਿੱਤਾ, ਜਿਸ ਨਾਲ ਲੋਕ ਪਰੇਸ਼ਾਨ ਹੋਣ ਦੀ ਕਦਾਰ ਤੇ ਆ ਗਏ ਆ। ਜੇ ਅੱਜ ਸ਼ਹਿਰ ਦੇ ਲੋਕ 13 ਲੱਖ ਲੋਕ ਪਰੇਸ਼ਾਨ ਹੁੰਦੇ, ਜੇ ਮੁਲਾਜ਼ਮ ਪਰੇਸ਼ਾਨ ਹੁੰਦੇ ਆ ਤੇ ਉਹ ਮਾਣਯੋਗ ਮੇਅਰ ਸਾਹਿਬ ਜ਼ਿੰਮੇਵਾਰ ਆ। ਉਹ ਇਸ ਤਰ੍ਹਾਂ ਵੀ ਮੇਅਰ ਸਾਹਿਬ ਨੇ ਹਮੇਸ਼ਾ ਹੀ ਮੁਲਾਜ਼ਮਾਂ ਨੂੰ ਈਗੋ ਰੱਖ ਲਈ ਆ। ਰੋਜ਼ ਕਦੀ ਨਾ ਕਦੀ ਮਹੀਨੇ 15 ਦਿਨਾਂ ਬਾਅਦ ਮੁਲਾਜ਼ਮਾਂ ਨੂੰ ਛੇੜ ਦਿੰਦੇ ਨੇ। ਕੋਈ ਨਾ ਕੋਈ ਦੁੱਖਣੀ ਮੁਲਾਜ਼ਮਾਂ ਕੋਲ ਨੋਟਿਸ ਦਵਾਇਆ ਜਾਂਦਾ ਜਾਣ ਕੇ ਮੁਲਾਜ਼ਮਾਂ ਦਾ ਅਕਸ਼ ਖਰਾਬ ਕਰਨ ਵਾਸਤੇ। ਮੁਲਾਜ਼ਮਾਂ ਜੋਗੇ ਰਹਿ ਗਏ ਨੇ ਮੇਅਰ ਸਾਹਿਬ। ਸ਼ਹਿਰ ਦੇ 13 ਲੱਖ ਲੋਕ ਨੇ, 13 ਲੱਖ ਲੋਕਾਂ ਦੀ ਜ਼ਿੰਮੇਵਾਰੀ ਮਾਣਯੋਗ ਮੇਅਰ ਸਾਹਿਬ ਕਰਮਜੀਤ ਸਿੰਘ ਰਿੰਟੂ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਆ। ਕੈਪਟਨ ਸਾਹਿਬ ਲੋਕਾਂ ਦੇ ਨਾਲ ਘਰ ਘਰ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਦੇ ਨੇ, ਲੋਕਾਂ ਦੇ ਹੱਕ ਸੱਚ ਦੇ ਫੈਸਲੇ ਕਰਨ ਦੇ ਨੇ। ਸਮੂਹ ਐਮਐਲਏ ਸਾਹਿਬ ਸੜਕਾਂ ਦੇ ਉਤਰੇ ਦੇ ਨੇ, ਲੋਕਾਂ ਦੇ ਫੈਸਲੇ ਕਰਨ ਦੇ ਨੇ। ਲੋਕਾਂ ਦੇ ਘਰ ਘਰ ਦੇ ਵਿੱਚ ਜੋ ਲੋਕਾਂ ਨੂੰ ਜ਼ਰੂਰਤਾਂ ਨੇ ਚੀਜ਼ਾਂ ਦੀ ਉਹ ਮੁਹੱਈਆ ਕਰਾ ਰਹੇ ਨੇ। ਲੋਕਾਂ ਦੇ ਅਥਰੂ ਪੂੰਝਣ ਦੇ ਨੇ। ਮੰਤਰੀ ਸਾਹਿਬ ਸੜਕਾਂ ਦੇ ਉਤਰੇ ਦੇ ਨੇ। ਮੈਂ ਵੇਖਦਾ ਰੋਜ਼ ਸੋਸ਼ਲ ਮੀਡੀਆ ਤੇ ਵੇਖਦਾ, ਸੁਰਖੀਆਂ ਵੇਖਦਾ, ਅਖਬਾਰਾਂ ਵੇਖਦਾ ਵੀ ਹਰ ਵਿਅਕਤੀ ਆਪਣਾ ਸਰਕਾਰ ਦਾ ਨੁਮਾਇੰਦਾ ਆਪਣਾ ਕੰਮ ਕਰ ਰਿਹਾ। ਮੇਅਰ ਸਾਹਿਬ ਸਿਰਫ ਆਪਣੇ ਸਾਡੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਜੋਗੇ ਹੀ ਰਹਿ ਕੇ ਰੋਜ਼ ਇਹਨਾਂ ਦੇ ਪੰਗਾ ਮੁਲਾਜ਼ਮਾਂ ਦੇ ਨਾਲ ਪੈਂਦਾ ਕਿਉਂ? ਅਸ਼ੂ, 12-15 ਲੱਖ ਦੀ ਆਬਾਦੀ ਅੰਮ੍ਰਿਤਸਰ ਸ਼ਹਿਰ ਦੀ, ਔਰ ਤੁਸੀਂ ਸੇਵਾ ਕਰਦੇ ਹੋ, ਤੁਹਾਨੂੰ ਲੋਕ ਸਲੂਟ ਵੀ ਕਰਦੇ ਨੇ। ਪਰ ਅਸੀਂ ਅੰਮ੍ਰਿਤਸਰ ਪੇਜ ਤੇ ਲਾਈਵ ਜੁੜੇ ਆ। ਅਸੀਂ ਇਸ ਲਈ ਤੁਹਾਨੂੰ ਇੱਕ ਸਵਾਲ ਪੁੱਛਦੇ, ਇਹੋ ਜਿਹੀਆਂ ਕਿਹੜੀਆਂ ਮੰਗਾਂ ਜਿਨ੍ਹਾਂ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਮੁਲਾਜ਼ਮਾਂ ਦੇ ਨਾਲ ਸ਼ੋਸ਼ਣ ਹੋ ਰਿਹਾ, ਉਹਦੇ ਬਾਰੇ ਜ਼ਰੂਰ ਚਾਨਣਾ ਪਾਓ। ਮੁਲਾਜ਼ਮਾਂ ਦਾ ਸ਼ੋਸ਼ਣ ਇਸ ਕਰਕੇ ਹੋ ਰਿਹਾ ਵੀ ਮੁਲਾਜ਼ਮਾਂ ਤੋਂ ਆਪਣਾ ਧਿਆਨ ਮੇਅਰ ਸਾਹਿਬ ਬਾਹਰ ਨਹੀਂ ਕੱਢ ਰਹੇ। ਸ਼ਹਿਰ ਦੇ 13 ਲੱਖ ਲੋਕ ਨੇ। ਮੈਂ ਕਹਿੰਦਾ ਮੇਅਰ ਸਾਹਿਬ, ਤੁਸੀਂ ਲੋਕਾਂ ਦਾ ਖਿਆਲ ਕਿਉਂ ਨਹੀਂ ਰੱਖਦੇ? ਤੁਸੀਂ ਨਾ ਨੂੰ ਵਿਕਾਸ ਦੇ ਪੂਰੇ ਦਾਅਵੇ ਕਰ ਰਹੇ ਜੇ ਵੀ ਮੈਂ ਕਰਤਾ ਤੇ ਸੜਕਾਂ ਦੇ ਸ਼ਾਇਦ ਅੱਜ ਵੀ ਟੁੱਟੀਆਂ ਪਈਆਂ। ਸੀਵਰੇਜ ਵਾਟਰ ਸਪਲਾਈ ਤੋਂ ਲੋਕ ਪਰੇਸ਼ਾਨ ਨੇ। ਅੱਜ ਕਦੀ ਮੈਂ ਨਹੀਂ ਵੇਖਿਆ ਵੀ ਮੇਅਰ ਸਾਹਿਬ ਨੇ ਲੋਕ ਦਰਬਾਰ ਲਾਇਆ ਵੇ ਤੇ ਲੋਕਾਂ ਦੀ ਮੁਸ਼ਕਲਾਂ ਸੁਣੀਆਂ ਵੇ। ਕਦੀ ਤੁਸੀਂ ਰਣਜੀਤ ਐਵਨੀ ਦਫ਼ਤਰ 'ਚ ਵੇਖਿਆ? ਕਦੀ ਪਨੋਰਮਾ 'ਚ ਦੇਖਿਆ? ਕਦੀ ਨਹੀਂ ਦੇਖਿਆ। ਇਹਨਾਂ ਨੂੰ ਸਿਰਫ ਇੱਕੋ ਹੀ ਚੀਜ਼ ਆ ਵੀ ਮੁਲਾਜ਼ਮਾਂ ਨੂੰ ਕਿਵੇਂ ਟਾਰਗੇਟ ਕਰਨਾ, ਮੁਲਾਜ਼ਮਾਂ ਦੇ ਉੱਤੇ ਰਾਜਨੀਤੀ ਕਿਸ ਤਰ੍ਹਾਂ ਚਮਕਾਣੀ ਹੈ। ਕੂੜੇ ਤੇ ਰਾਜਨੀਤੀ ਕਰ ਰਹੇ ਨੇ ਮੇਅਰ ਸਾਹਿਬ। ਮੈਂ ਮੇਅਰ ਸਾਹਿਬ ਕਹਿੰਦਾ ਵੀ ਮੇਅਰ ਸਾਹਿਬ, ਤੁਹਾਨੂੰ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ, ਸਮਾਜ ਦੀ ਸੇਵਾ ਕਰਨ ਵਾਸਤੇ, ਮੁਲਾਜ਼ਮਾਂ ਦੀ ਸੇਵਾ ਕਰਨ ਵਾਸਤੇ। ਜਿਸ ਤਰ੍ਹਾਂ ਕੈਪਟਨ ਸਾਹਿਬ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਨੇ, ਮੰਤਰੀ ਐਮਐਲਏ ਸਾਹਿਬ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਨੇ, ਤੁਸੀਂ ਵੀ ਹਾਜ਼ਰ ਨਾਜ਼ਰ ਹੋਵੋ। ਲੋਕਾਂ ਦੇ ਨਾਲ ਵਿਚਰੋ, ਲੋਕਾਂ ਦੇ ਘਰ ਘਰ ਜਾ ਕੇ ਸਮੱਸਿਆ ਸੁਣੋ ਲੋਕਾਂ ਦੀਆਂ। ਮੇਅਰ ਸਾਹਿਬ ਨੇ ਕਦੀ ਪੁੱਛਿਆ ਵੀ ਤੁਹਾਨੂੰ ਕਿਸੇ ਨੂੰ ਪ੍ਰੋਪਰਟੀ ਟੈਕਸ ਦੇ ਵਿੱਚ ਭਰਨ ਦੇ ਲੋਕਾਂ ਮੁਸ਼ਕਲ ਆ ਰਹੀ? ਜਨਤਾ ਨੂੰ ਕਦੀ ਪੁੱਛਿਆ? ਕਦੀ ਕਿਸੇ ਨੇ ਪੁੱਛਿਆ ਵੀ ਤੁਹਾਡੇ ਬੱਚੇ ਦਾ ਡੇਟ ਆਫ ਬਰਥ ਦਾ ਸਰਟੀਫਿਕੇਟ ਬਣ ਗਿਆ, ਕੋਈ ਤੁਹਾਨੂੰ ਪਰੇਸ਼ਾਨੀ ਤੇ ਨਹੀਂ ਆਈ, ਕੋਈ ਸਪੈਲਿੰਗ ਤੇ ਨਹੀਂ ਗਲਤ ਹੋ ਗਿਆ? ਲੋਕ ਅੱਜ ਵੀ ਧੱਕੇ ਖਾ ਰਹੇ ਨੇ। ਮੇਅਰ ਸਾਹਿਬ, ਤੁਸੀਂ ਮੁਲਾਜ਼ਮਾਂ ਦੇ ਉੱਤੇ ਹੀ ਰਾਜਨੀਤੀ। ਅਸ਼ੂ, ਮੈਨੂੰ ਇੰਝ ਲੱਗਦਾ ਤੁਹਾਡੇ ਗੱਲਾਂ ਤੋਂ ਕਿ ਜਿਹੜੇ ਸਾਡੇ ਦਰਜਾ 4 ਦੇ ਕਰਮਚਾਰੀ ਨੇ ਉਹ ਤੇ ਬੜੇ ਦੁਖੀ ਨੇ, ਪਰ ਇਸ ਤੋਂ ਉੱਤੇ ਵੀ ਕਾਰਪੋਰੇਸ਼ਨ ਦੇ ਅਫਸਰ ਨੇ, ਉਹਨਾਂ ਨੇ ਕਿਸੇ ਨੇ ਤੁਹਾਡੇ ਨਾਲ ਕੰਸਰਨ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ ਜੀ, ਜਿਹੜੇ ਕਾਰਪੋਰੇਸ਼ਨ ਅੰਮ੍ਰਿਤਸਰ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਨੇ, ਜਾਂ ਦਰਜਾ 3 ਦੇ, 2 ਦੇ, ਜਾਂ ਏ ਦੇ, ਜਾਂ 2 ਦੇ, ਅਸੀਂ ਸਮੂਹ ਮੁਲਾਜ਼ਮ ਇੱਕ ਪਰਿਵਾਰ ਹਾਂ। ਜਿਹੜੇ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਉਹ ਵੀ ਸਾਡੇ ਵੱਡੇ ਭੈਣ ਨੇ।
ਸਾਡੇ ਬੌਸ ਨੇ, ਨਾਲ ਦੇ ਨਾਲ ਜਿੰਨੇ ਐਕਸੀ ਨੇ, ਐਸਸੀ ਨੇ, ਜੁਆਇੰਟ ਕਮਿਸ਼ਨਰ ਸਾਹਿਬ ਨੇ, MHO ਨੇ, DCFA ਨੇ, ਕਲਰਕ ਨੇ, ਸੀਵਰਮੈਨ ਹੈ, ਸਫਾਈ ਸੇਵਕ ਆ, ਡਰਾਈਵਰ ਨੇ, ਅਸੀਂ ਜਿੰਨਾ ਵੀ ਆ, ਸੈਂਟਰ ਇੰਸਪੈਕਟਰ ਵਾ, ਅਸੀਂ ਇੱਕ ਆਪਸ 'ਚ ਪਰਿਵਾਰ ਦੀ ਤਰ੍ਹਾਂ ਵਾ ਤੇ ਪਰਿਵਾਰ ਹੀ ਰਹਿਣਾ ਵਾ, ਕਿਉਂਕਿ ਅਸੀਂ ਤੇ ਇੱਥੇ ਰਹਿਣਾ ਸਾਰੀ ਉਮਰ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ, ਕੰਮਕਾਰ ਕਰਨਾ। ਅਫਸਰ ਜੇ ਕਿਤੇ ਜਾਏਗਾ ਵੀ ਤੇ ਘੁੰਮ ਕੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਫਿਰ ਇੱਥੇ ਆ ਜਾਏਗਾ। ਤੇ ਮਾਨਯੋਗ ਮੇਅਰ ਸਾਹਿਬ ਨੇ ਦੁਬਾਰਾ ਮੇਅਰ ਆਣਾ ਕਿ ਨਹੀਂ ਆਣਾ, ਇਹ ਪੂਰਾ ਸ਼ੋਰ ਨਹੀਂਗਾ। ਆਸ਼ੂ ਜਦੋਂ ਦਾ ਸਾਲ ਸ਼ੁਰੂ ਹੋਇਆ 3 ਮਹੀਨੇ ਹੋਏ, 3 ਮਹੀਨਿਆਂ 'ਚ 4 ਵਾਰ 5 ਵਾਰ ਨੋਟਿਸ ਜਾ ਚੁੱਕਾ। ਜਿੰਨੀ ਵਾਰ ਨੋਟਿਸ ਦਿੱਤਾ ਤੁਹਾਡੀਆਂ ਕੋਈ ਮੰਗਾਂ ਜਿਹੜੀਆਂ ਮੰਨ ਲਿੱਤੀਆਂ ਗਈਆਂ ਸੀ। ਸਾਡੇ ਘਾਟੇ ਨੇ, ਜਦੋਂ ਸਾਨੂੰ ਧੋਖੇ ਦੇ ਨਾਲ ਮਾਰਨ ਦੌਰ ਉਦੋਂ ਸਾਨੂੰ ਗਲਫਲਵੜੀ 'ਚ ਲੈ ਲੈਂਦੇ ਨੇ, ਉਦੋਂ ਸਾਨੂੰ ਕਹਿੰਦੇ ਤੁਹਾਡਾ ਵੀ ਮੰਨ ਦਿੱਤਾ, ਤੁਹਾਡੇ ਸਮਾਜ ਵਾਸਤੇ ਅਸੀਂ ਇਹ ਕਰਨੇ ਆ, ਤੁਹਾਡੇ ਮੁਲਾਜ਼ਮਾਂ ਵਾਸਤੇ ਅਸੀਂ ਇੰਝ ਕਰਨੇ ਆ, ਅਸੀਂ ਉਂਝ ਕਰਨੇ ਆ, ਤੇ ਬਾਅਦ 'ਚ ਇਹਨਾਂ ਦੇ ਪਿੱਛੇ ਖੱਪਦੇ ਰਹੀਦਾ, ਤਦੇ ਬਾਰ-ਬਾਰ ਸਾਨੂੰ ਨੋਟਿਸ ਦੇਣ ਦੀ ਮਜਬੂਰੀ ਆ ਜਾਂਦੀ ਹੈ। ਆਸ਼ੂ ਸਮਾਜ ਦੀ ਗੱਲ ਕੀਤੀ, ਸਮਾਜ ਦੇ ਕਈ ਲੀਡਰ ਵੀ ਆਏ ਹੋਏ ਨੇ ਇੱਥੇ, ਤੁਹਾਨੂੰ ਸਮਰਥਨ ਦਿੱਤਾ ਹੈ। ਔਰ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਅੱਜ ਜਿਵੇਂ ਅੰਮ੍ਰਿਤਸਰ ਦੇ ਵਿੱਚ ਜਿਵੇਂ ਭਾਰਤ ਬੰਦ ਹੈ ਕਿਸਾਨਾਂ ਵੱਲੋਂ, ਉਸਦੇ ਬਾਵਜੂਦ ਇੱਥੇ ਹਜ਼ਾਰਾਂ ਦੀ ਤਾਦਾਦ 'ਚ ਇਕੱਠ ਹੋਇਆ, ਲੋਕਾਂ ਨੇ ਨਾਅਰੇਬਾਜ਼ੀ ਕੀਤੀ ਹੈ। ਪਰ ਆਸ਼ੂ ਤੁਹਾਡੇ ਸਮਾਜ ਦੇ ਵਿੱਚ ਕਈ ਕੌਂਸਲਰ ਨੇ, ਕਈ MLA ਨੇ, ਕਈ MP ਨੇ, ਉਹਨਾਂ ਨੇ ਤੁਹਾਡੇ ਦੁੱਖ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਜੀ, ਪੂਰੇ ਸਮਾਜ ਨੂੰ ਕਾਲ ਚੱਲ ਗਈ, ਅੱਜ MLA ਸਾਹਿਬਾਨ ਨੂੰ ਵੀ ਜਾਏਗੀ, ਕੌਂਸਲਰ ਸਾਹਿਬਾਨ ਨੂੰ ਵੀ ਜਾਏਗੀ, ਮੰਤਰੀ ਸਾਹਿਬਾਨ ਨੂੰ ਵੀ ਜਾਏਗੀ। ਵੀ ਦੇਖੋ ਹਮੇਸ਼ਾ ਹੀ ਮੁਲਾਜ਼ਮਾਂ ਦੀ ਮੇਰਾ ਸਿੱਧਾ ਸਵਾਲ ਹੈ, ਉਹਨਾਂ ਨੇ ਤੁਹਾਨੂੰ ਹਜੇ ਤੱਕ ਫੋਨ ਕੀਤਾ? ਆਣਗੇ, ਫੋਨ ਆਏ ਵੀ ਆ ਕਈਆਂ ਦੇ, ਕਈਆਂ ਨੂੰ ਆਪਾਂ ਵੀ ਕਰਾਂਗੇ। ਤੁਸੀਂ ਉਹਨਾਂ ਦੀ ਜਿਹੜੇ MLA ਜਾਂ MP ਜਾਂ ਕੌਂਸਲਰ ਨੇ, ਉਹਨਾਂ ਨੂੰ ਚਾਹੀਦਾ ਨਹੀਂ ਕਿ ਤੁਹਾਡੇ ਨਾਲ ਮੋਢਾ ਲਾ ਕੇ ਖੜਦੇ, ਕਿਉਂਕਿ ਸਮਾਜ ਨੇ ਹੀ ਉਹਨਾਂ ਨੂੰ ਜਿਤਾ ਕੇ ਭੇਜਿਆ। ਦੇਖੋ ਜੀ, ਅਸੀਂ ਅੱਜ ਉਹਨਾਂ ਦੇ ਅੱਗੇ ਆਪਣੀ ਆਵਾਜ਼ ਨੂੰ ਰੱਖ ਦਿੱਤਾ ਵਾ। ਅਸੀਂ ਮੰਤਰੀ ਸਾਹਿਬ ਕੋ ਵੀ ਜਾਵਾਂਗੇ, ਸਮੂਹ MLA ਸਾਹਿਬਾਨ ਕੋ ਵੀ ਜਾਵਾਂਗੇ, ਅਸੀਂ MP ਸਾਹਿਬ ਕੋ ਵੀ ਜਾਵਾਂਗੇ, ਅਸੀਂ ਘਰ ਘਰ ਦੇ ਵਿੱਚ ਲੋਕਾਂ ਕੋ ਵੀ ਜਾਵਾਂਗੇ। ਵੀ ਦੇਖੋ ਸਾਡੀ ਜੇ ਕੋਈ ਗਲਤੀ ਹੈਗੀ ਆ, ਅਸੀਂ ਕੂੜਾ ਚੁੱਕਦੇ ਰੋਜ਼, ਸ਼ਹਿਰ ਵਾਸੀਆਂ ਦਾ, ਲੋਕਾਂ ਦਾ ਮਲ ਮੂਤਰ ਚੁੱਕਦੇ ਆ, ਡੰਪ ਤੱਕ ਪਹੁੰਚਾਉਂਦੇ ਆ। ਸਾਨੂੰ ਰੋਜ਼ ਮੇਅਰ ਸਾਹਿਬ ਵੱਲੋਂ ਇੱਕ ਸਾਡੇ ਉੱਤੇ ਆਗਾਜ਼ ਸੁੱਟ ਕੇ ਸਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੁਲਾਜ਼ਮ ਗਲਤ ਨੇ। ਮੁਲਾਜ਼ਮਾਂ ਨੂੰ ਹੜਤਾਲ ਕਰਕੇ ਕੀ ਮਿਲਣਾ? ਸਾਨੂੰ ਸਰਕਾਰ ਪੈਸੇ ਦਿੰਦੀ ਹੈ ਕੰਮ ਕਰਨ ਦੇ, ਕੰਮ ਅਸੀਂ ਕਰ ਰਹੇ ਹਾਂ। ਆਸ਼ੂ ਜਿਸ ਤਰ੍ਹਾਂ ਪਹਿਲਾਂ ਵੀ ਨੋਟਿਸ ਦਿੱਤੇ ਸੀ, ਕਮੇਟੀ ਬਣ ਜਾਂਦੀ ਰਹੀ ਹੈ, ਮੁੜ ਕੇ ਕੰਮ ਠੰਡਾ ਪੈ ਜਾਂਦਾ ਰਿਹਾ। ਐਤਕੀ ਕਮੇਟੀ ਬਣ ਜਾਏਗੀ, ਹੜਤਾਲ ਬੰਦ ਹੋ ਜਾਏਗੀ ਕਿ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਸਾਡੇ ਹੱਥ 'ਚ ਨਹੀਂ ਦੇਣਗੇ, ਹੜਤਾਲ ਇਸ ਤਰ੍ਹਾਂ ਹੀ ਜਾਰੀ ਰਹੇਗੀ। ਅੱਜ ਮੇਅਰ ਸਾਹਿਬ ਵਾਸਤੇ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਹ ਮੋਰਚਾ ਰੋਜ਼ ਦੇ ਰੋਜ਼ ਉਗਰ ਹੋਏਗਾ, ਘਟੇਗਾ ਨਹੀਂ, ਵਧੇਗਾ। ਆਸ਼ੂ ਮੇਰਾ ਲਾਸਟ ਸਵਾਲ, ਕਿ ਬਹੁਤ ਚਿਰ ਹੋ ਗਈ ਸੇਵਾ ਕਰਦੇ ਆ, ਅਲੱਗ-ਅਲੱਗ ਮੇਅਰਾਂ ਨਾਲ ਕੰਮ ਕੀਤਾ, ਜਿਹੜਾ ਇਸ ਸਮੇਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਹੈ, ਇਹਨਾਂ ਨਾਲ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਹੈ? ਮੇਅਰ ਸਾਹਿਬ ਨੇ ਅੱਜ ਤੱਕ ਮੁਲਾਜ਼ਮਾਂ ਦੇ ਬਾਰੇ ਕੁਝ ਨਹੀਂ ਕੀਤਾ, ਨਾ ਸ਼ਹਿਰ ਵਾਸਤੇ ਕੀਤਾ। ਹੁਣੇ ਆਪਣੇ ਮੁਲਾਜ਼ਮ ਭਰਾਵਾਂ ਨੂੰ ਸੰਬੋਧਿਤ ਕਰਕੇ ਸਟੇਜ ਤੋਂ ਉਤਰੇ ਸੰਜੀਵ ਖੋਸਲਾ ਜੀ ਬੜਾ ਕੜਾਕੇਦਾਰ ਭਾਸ਼ਣ ਸੀ ਤੇ ਸਿੱਧੀ ਚੇਤਾਵਨੀ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ। ਕੱਲ ਤੱਕ ਤੇ ਤੁਸੀਂ ਹਰ ਛੁੱਟੀ ਵਾਲੇ ਦਿਨ ਵੀ ਲੋਕਾਂ ਦੀ ਸੇਵਾ ਕਰਨ ਦੇ ਸੀ ਤੇ ਅੱਜ ਸਿੱਧਾ ਹੀ ਕਰਮਜੀਤ ਸਿੰਘ ਰਿੰਟੂ ਨੂੰ ਚੇਤਾਵਨੀ, ਕੀ ਇਹੋ ਜਿਹਾ ਮਸਲਾ ਪੈ ਗਿਆ? ਦੇਖੋ ਜੀ, ਜਿਹੜਾ ਮੇਅਰ ਕਰਮਜੀਤ ਸਿੰਘ ਰਿੰਟੂ ਨਕੰਮਾ ਮੇਅਰ ਆ, ਔਰ ਆਪਾਂ ਮੁੱਖ ਮੰਤਰੀ ਸਾਹਿਬ ਕੋ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦਾ ਮੇਅਰ ਅੰਮ੍ਰਿਤਸਰ ਨੂੰ ਨਹੀਂ ਚਾਹੀਦਾ। ਇਹਨੂੰ ਆਪਣੇ ਤੁਰੰਤ ਉਸ ਸੀਟ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਕਿ ਜਿਹੜਾ ਸ਼ਹਿਰ ਦੀ ਪਬਲਿਕ ਵਾਸਤੇ ਔਰ ਮੁਲਾਜ਼ਮਾਂ ਵਾਸਤੇ ਉਹਨਾਂ ਦਾ ਮਸਲੇ ਨਾ ਹੱਲ ਕਰੇ। ਇਹ ਬਸ ਸੀਟਾਂ 'ਤੇ ਬੈਠਾ ਜੋ ਕਰਦਾ ਪਿਆ ਵਾ, ਬਿਲਕੁਲ ਇੱਕਦਮ ਗੰਦੀ ਰਾਜਨੀਤੀ ਕਰਦਾ ਪਿਆ ਵਾ। ਔਰ ਇੱਕ ਯੂਨੀਅਨ ਲੀਡਰ, ਅਖੌਤੀ ਲੀਡਰ, ਮੈਂ ਉਹਦਾ ਨਾਂ ਲੈਣਾ ਵਾ, ਸਰਿਆਮ ਲੈਣਾ, ਵਿਨੋਦ ਕੁਮਾਰ ਬਿੱਟਾ, ਔਰ ਇਹ ਜੋ ਰਾਜਨੀਤੀ ਮੁਲਾਜ਼ਮਾਂ ਨਾਲ ਕਰਦਾ ਪਿਆ ਵਾ, ਇਹ ਕਦੀ ਬਰਦਾਸ਼ਤ ਨਹੀਂ ਹੋਏਗੀ। ਅਸੀਂ ਮੇਅਰ ਸਾਹਿਬ ਤੁਹਾਨੂੰ ਖੁੱਲ੍ਹੀ ਚੇਤਾਵਨੀ ਦੇਣਾ, ਮੈਂ ਇਹ ਮਤ ਭੁੱਲੋ ਕਿ ਤੁਸੀਂ ਆਪਣੇ ਘਰ ਤੋਂ ਨਿਕਲ ਕੇ ਦਫ਼ਤਰ ਵਿੱਚ ਆਇਓਗੇ। ਅਸੀਂ ਤੁਹਾਨੂੰ ਜੇ ਦਫ਼ਤਰ ਆਏ ਤੁਹਾਨੂੰ ਦਫ਼ਤਰੋਂ ਨਹੀਂ ਨਿਕਲ ਦੇਵਾਂਗੇ। ਜੇ ਘਰ ਹੈ ਅਸੀਂ ਤੁਹਾਡੇ ਘਰ ਦਾ ਵੀ ਘਰਾ ਕਰਾਂਗੇ, ਤੁਹਾਡੇ ਦਫ਼ਤਰ ਦਾ ਹੀ ਘਰਾ ਕਰਾਂਗੇ। ਸਾਨੂੰ ਜ਼ਰੂਰਤ ਪਈ ਅਸੀਂ ਤੁਹਾਡੇ ਦਫ਼ਤਰ ਦੇ ਅੱਗੇ ਕੂੜਾ ਦੇ ਢੇਰ ਲਾਵਾਂਗੇ, ਜਿਵੇਂ ਕਿ ਸਾਡਾ ਭਗਤਾਂ ਵਾਲੇ ਵਿੱਚ ਡੰਪ ਆ, ਤੁਹਾਡਾ ਦਫ਼ਤਰ ਅਸੀਂ ਡੰਪ ਬਣਾ ਦਾਂਗੇ, ਤੁਹਾਡੀ ਕੋਠੀ ਦੇ ਅੱਗੇ ਡੰਪ ਬਣਾ ਦਾਂਗੇ। ਅਸੀਂ ਇਹੋ ਜਿਹਾ ਗੰਦਾ ਮੇਅਰ ਸਾਨੂੰ ਨਹੀਂ ਚਾਹੀਦਾ ਜਿਹੜਾ ਮੁਲਾਜ਼ਮਾਂ ਦੀਆਂ ਗੱਲਾਂ ਸਾਡੀਆਂ ਨਹੀਂ ਮੰਨਦਾ। ਕਿਹੜੀ ਜਥੇਬੰਦੀਆਂ ਵੱਲੋਂ, ਨਗਰ ਨਿਗਮ ਦੇ ਜਿਹੜੇ ਕਰਮਚਾਰੀ, ਕਿਹੜੀਆਂ ਸਭਾਵਾਂ ਵੱਲੋਂ ਤੁਹਾਡੇ ਨਾਲ ਜਿਹੜਾ ਸਹਿਯੋਗ ਕੀਤਾ ਜਾ ਰਿਹਾ, ਕਿਹੜੀਆਂ ਸਰਵਿਸਾਂ ਜੋ ਅੰਮ੍ਰਿਤਸਰ ਦੇ ਲੋਕਾਂ ਨੂੰ ਅਗਲੇ ਆਉਣ ਵਾਲੇ ਦਿਨਾਂ 'ਚ ਨਹੀਂ ਮਿਲਣਗੀਆਂ? ਸਫਾਈ ਵਿਵਸਥਾ ਬਿਲਕੁਲ ਠੱਪ ਰਹੇਗੀ, ਕੋਈ ਕੂੜਾ ਲਿਫਟਿੰਗ ਵਾਲੀ ਗੱਡੀ ਨਹੀਂ ਨਿਕਲੇਗੀ। ਉਹਦੇ 'ਚ ਤੁਹਾਡੀ ਗੱਲ ਕੱਟ ਰਿਹਾ,
ਪ੍ਰਾਈਵੇਟ ਜਿਹੜਾ ਕੂੜਾ ਟੁੱਕਣ ਵਾਲੀਆਂ ਕੰਪਨੀਆਂ ਉਹ ਕੰਮ ਕਰਦੀਆਂ ਰਹਿਣਗੀਆਂ ਕਿ ਉਹ ਵੀ ਬੰਦ ਹੋਣਗੀਆਂ? ਪ੍ਰਾਈਵੇਟ ਵੀ ਗੱਡੀਆਂ ਇੱਕਦਮ ਬੰਦ ਹੋਣਗੀਆਂ, ਕੋਈ ਵੀ ਨਹੀਂ, ਚਾਹੇ ਪ੍ਰਾਈਵੇਟ ਚਾਹੇ ਸਰਕਾਰੀ, ਚਾਹੇ ਸਾਡੇ ਸੀਵਰਮੈਨ ਹੈ, ਸਫਾਈ ਕਰਮਚਾਰੀ ਆ, ਸੈਂਟਰੀ ਜਮਾਦਾਰ, ਸੈਂਟਰੀ ਇੰਸਪੈਕਟਰ, ਸਾਰੇ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਗੇ। ਔਰ ਬਹੁਤ ਵੱਡੀ ਇਹ ਮੈਂ ਮੇਅਰ ਸਾਹਿਬ ਤੁਹਾਨੂੰ ਚੇਤਾਵਨੀ ਦੇਣਾ ਵਾਂ, ਇਹ ਮਤ ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਕੱਢ ਦਿਓ ਕਿ ਹੜਤਾਲ ਸਿਰਫ ਇੱਕ ਦਿਨ ਵਾਸਤੇ ਆ, ਇਹ ਲੰਬੀ ਹੜਤਾਲ ਚੱਲੇਗੀ ਕਿਉਂਕਿ ਤੁਸੀਂ ਵਾਲਮੀਕੀ ਸਮਾਜ ਨੂੰ, ਉਹਨਾਂ ਦੀਆਂ ਮੰਗਾਂ ਨੂੰ, ਉਹਨਾਂ ਦੇ ਨਾਲ ਸ਼ੋਸ਼ਣ ਕਰਦੇ ਪਏ ਜੇ, ਉਹਨਾਂ ਦਾ ਮਜ਼ਾਕ ਡਾਰੇ ਜੇ। ਇਹ ਮੈਂ ਤੁਹਾਨੂੰ ਦੱਸ ਦੇਵਾਂ ਮੇਅਰ ਸਾਹਿਬ, ਜਿਹੜੀ ਤਿਆਰੀ ਐਮਐਲਏ ਦੀ ਤੁਸੀਂ ਕਰਦੇ ਪਏ ਜੇ, ਤੁਹਾਡੀ ਐਮਐਲਏ ਦੀ ਤਿਆਰੀ ਦੇ ਵਿੱਚ ਵਾਲਮੀਕੀ ਸਮਾਜ ਤੁਹਾਡਾ ਪੂਰਾ ਬਾਈਕਾਟ ਕਰੇਗਾ ਔਰ ਇਲੈਕਸ਼ਨਾਂ ਦੌਰਾਨ ਵੀ ਤੁਹਾਡਾ ਬਾਈਕਾਟ ਕਰਾਂਗੇ। ਖੋਸਲਾ ਜੀ 72 ਘੰਟੇ ਦਾ ਨੋਟਿਸ ਦਿੱਤਾ ਸੀ, ਕਿਆ ਉਸ ਤੋਂ ਬਾਅਦ ਕਿਸੇ ਵੱਡੇ ਅਫਸਰ ਨੇ ਤੁਹਾਡੇ ਨਾਲ ਤਾਲਮੇਲ ਕੀਤਾ, ਤੁਹਾਡਾ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ? ਸਾਡੀਆਂ ਡਿਮਾਂਡਾਂ ਜਿਹੜੀਆਂ ਅਸੀਂ 72 ਘੰਟੇ ਨੋਟਿਸ ਵੀ ਦਿੱਤੀਆਂ ਸੀ, ਨਾ ਸਾਨੂੰ ਮੇਅਰ ਨੇ ਇੱਕ ਵਾਰੀ ਨਹੀਂ ਬੁਲਾ ਕੇ ਸਾਡੀਆਂ ਡਿਮਾਂਡਾਂ ਉੱਤੇ ਗੌਰ ਕੀਤੀ। ਇਹ ਸਿਰਫ ਇੱਕ ਅਖੌਤੀ ਯੂਨੀਅਨ ਲੀਡਰ ਜਿਹੜਾ ਕਿ ਵਿਨੋਦ ਕੁਮਾਰ ਬਿੱਟਾ ਉਹਦੇ ਕਹਿਣ 'ਤੇ ਬਦਲੀਆਂ ਕਰਦਾ ਪਿਆ ਵਾ, ਉਹਦੇ ਕਹਿਣ 'ਤੇ ਕਲਰਕਾਂ ਨੂੰ ਸਾਡਿਆਂ ਨੂੰ ਹਰਾਸਮੈਂਟ ਕਰਦਾ ਪਿਆ ਵਾ, ਉਹਦੇ ਕਹਿਣ 'ਤੇ ਇੰਸਪੈਕਟਰ ਹਰਾਸਮੈਂਟ ਹੋ ਰਹੇ ਨੇ, ਉਹਦੇ ਕਹਿਣ 'ਤੇ ਸੈਂਟਰੀ ਜਮਾਦਾਰ ਹਰਾਸਮੈਂਟ ਹੋ ਰਹੇ ਨੇ, ਉਹਦੇ ਕਹਿਣ 'ਤੇ ਸਫਾਈ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ। ਇਹ ਕਦੀ ਬਰਦਾਸ਼ਤ ਨਹੀਂ ਹੋਏਗਾ। ਖੋਸਲਾ ਜੀ 4 ਸਾਲ ਮੇਅਰ ਰਹੇ ਨੇ, 3.5 ਸਾਲ ਤੋਂ ਉੱਤੇ ਹੋ ਗਿਆ। 4 ਸਾਲਾਂ ਦੇ ਵਿੱਚ ਇਹੋ ਜਿਹੀ ਸਥਿਤੀ ਨਹੀਂ ਬਣੀ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਪਰੇਸ਼ਾਨੀ ਕਰਨੀ ਪਏ, ਜਦ ਕਿ ਤੁਸੀਂ ਲੋਕ ਉਹ ਮਹਾਨਾਇਕ ਹੋ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਵੀ ਲੋਕਾਂ ਦੀ ਸੇਵਾ ਕੀਤੀ, ਲੋਕ ਤੁਹਾਨੂੰ ਸਲੂਟ ਕਰਦੇ ਨੇ। ਪਰ ਅੱਜ ਅੰਮ੍ਰਿਤਸਰ ਸ਼ਹਿਰ ਨੂੰ ਵੀ ਗੰਦਗੀ ਦਾ ਸਾਹਮਣਾ ਕਰਨਾ ਪਏਗਾ, ਉਹਦਾ ਸਿੱਧਾ ਜ਼ਿੰਮੇਦਾਰ ਕੌਣ ਨੇ? ਦੇਖੋ ਜੀ, ਪਹਿਲੀ ਗੱਲ ਸਾਡੀ ਇੱਕ ਡਿਊਟੀ ਬਣਦੀ ਆ ਕਿ ਅਸੀਂ ਪਬਲਿਕ ਸਰਵੈਂਟ ਹੈਗੇ ਆ, ਅਸੀਂ ਪਬਲਿਕ ਦੀ ਸੇਵਾ ਵਿੱਚ ਐਜ 24 ਹਾਜ਼ਰ ਹੈਗੇ ਆ ਕਿਉਂਕਿ ਅਸੀਂ ਸ਼ਹਿਰ ਦੇ ਨਿਵਾਸੀ ਆ, ਅਸੀਂ ਸ਼ਹਿਰ ਦੇ ਵਿੱਚ ਰਹਿਣ ਵਾਲੇ ਆ। ਸਾਡਾ ਆਪਣਾ ਨਗਰ ਨਿਗਮ ਦੇ ਕਰਮਚਾਰੀਆਂ ਦਾ ਫਰਜ਼ ਬਣਦਾ ਕਿ ਸਭ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼ ਸੁਥਰਾ ਮਾਹੌਲ ਦਿੱਤਾ ਜਾਵੇ। ਕਰੋਨਾ ਦੇ ਵਿੱਚ ਵੀ ਸਾਡੇ ਸਫਾਈ ਕਰਮਚਾਰੀ, ਸਾਡੇ ਸੈਂਟਰੀ ਜਮਾਦਾਰ, ਸਾਡੇ ਸੈਂਟਰੀ ਇੰਸਪੈਕਟਰ, ਸਾਰੀ ਫੌਜ, ਸੀਵਰਮੈਨ, ਸਾਰੇ ਫੌਜ ਪੂਰੀ ਸ਼ਹਿਰ ਦੇ ਵਿੱਚ ਉਤਰੀ ਹੁੰਦੀ ਸੀ। ਲੇਕਿਨ 3.5-4 ਸਾਲਾਂ ਤੋਂ ਬਾਅਦ ਜਦੋਂ ਦੇ ਮੇਅਰ ਕਰਮਜੀਤ ਰਿੰਟੂ ਨੇ ਆਪਣੀ ਸੀਟ ਸੰਭਾਲੀ ਆ, ਇਹ ਨਕੰਮਾ ਸਾਬਤ ਹੋਇਆ ਵਾ ਔਰ ਇਹਨੇ ਕਦੀ ਵੀ 3.5 ਸਾਲ ਦੇ ਵਿੱਚ ਮੁਲਾਜ਼ਮਾਂ ਪ੍ਰਤੀ ਉਸ ਵੱਲ ਧਿਆਨ ਨਹੀਂ ਦਿੱਤਾ, ਹਮੇਸ਼ਾ ਅਣਦੇਖੀ ਕਰਦਾ, ਲੋਲੀਪੌਪ ਦਿੰਦਾ ਰਿਹਾ। ਲੇਕਿਨ ਮੇਅਰ ਸਾਹਿਬ, ਇਹ ਲਾਲੀਪੌਪ ਐਤਕੀ ਤੁਹਾਨੂੰ ਅਸੀਂ ਦੇਵਾਂਗੇ, ਅਸੀਂ ਤੁਹਾਨੂੰ ਆਪਣੀ ਤਾਕਤ ਵਿਖਾਵਾਂਗੇ ਕਿ ਮੁਲਾਜ਼ਮਾਂ ਦੀ ਤਾਕਤ ਕੀ ਹੁੰਦੀ ਆ, ਜਥੇਬੰਦੀਆਂ ਦੀ ਤਾਕਤ ਕੀ ਹੁੰਦੀ ਆ। ਖੋਸਲਾ ਜੀ ਮੇਰਾ ਲਾਸਟ ਸਵਾਲ ਕਿ ਤੁਹਾਨੂੰ ਜੇ ਮੇਅਰ ਵੱਲੋਂ ਕੋਈ ਸੱਦਾ ਆਉਂਦਾ ਤੇ ਹੜਤਾਲ ਬੰਦ ਕਰਕੇ ਗੱਲਬਾਤ ਕੀਤੀ ਜਾਏਗੀ ਕਿ ਹੜਤਾਲ ਚਾਲੂ ਰਹੇਗੀ ਤੇ ਉਹਦੇ ਨਾਲ ਗੱਲਬਾਤ ਕੀਤੀ ਜਾਏਗੀ? ਦੇਖੋ ਜੀ, ਜਿੰਨਾ ਚਿਰ ਮੇਅਰ ਕਰਮਜੀਤ ਸਿੰਘ ਰਿੰਟੂ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਅਸੀਂ 72 ਘੰਟੇ ਵਿੱਚ ਨੋਟਿਸ ਦੇ ਵਿੱਚ ਦਿੱਤੀਆਂ ਦੀਆਂ ਵਾ, ਅਗਰ ਉਹ ਮੰਗਾਂ ਪੂਰੀਆਂ ਕਰ ਲੈਂਦਾ ਵਾ, ਸਾਨੂੰ ਪ੍ਰੋਸੀਡਿੰਗ ਦਿੰਦੇ ਨੇ, ਉਹ ਪ੍ਰੋਸੀਡਿੰਗ ਦੇ ਉੱਤੇ ਪਰਸੂ ਪੂਰਾ ਹੁੰਦਾ ਵਾ ਤੇ ਫਿਰ ਆਪਾਂ ਬੈਠ ਕੇ ਜਿਹੜੀ ਗੱਲ ਹੋਏਗੀ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਸਾਡੀਆਂ 72 ਘੰਟੇ ਦੀਆਂ ਨੋਟਿਸ ਦੇ ਵਿੱਚ ਜਿਹੜੀਆਂ ਮੰਗਾਂ ਵਾ, ਡਿਮਾਂਡਾਂ ਵਾ, ਔਰ ਖਾਸ ਡਿਮਾਂਡ ਜਿਹੜੀ 800 ਸਫਾਈ ਕਰਮਚਾਰੀ ਭਰਤੀ ਹੋਣ ਵਾਲਾ ਵਾ, ਉਹਦਾ ਬਜਟ ਮੇਅਰ ਸਾਹਿਬ ਮੈਂ ਤੁਹਾਨੂੰ ਪੁੱਛਦਾ ਵਾਂ ਕਿ ਉਹਦਾ ਬਜਟ ਕਾਰਪੋਰੇਸ਼ਨ ਦੇ ਵਿੱਚ ਕਿੱਥੇ ਯੂਜ਼ ਕੀਤਾ ਜਾਂਦਾ, ਕਿੱਥੇ ਵਰਤਿਆ ਜਾ ਰਿਹਾ ਵਾ? ਸਫਾਈ ਕਰਮਚਾਰੀਆਂ ਦਾ ਪੈਸਾ ਮੇਅਰ ਸਾਹਿਬ ਤੁਸੀਂ ਖਾ ਰਹੇ ਜੇ, ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਮੈਂ ਸਫਾਈ ਕਰਮਚਾਰੀਆਂ ਦਾ ਪੈਸਾ ਖਾ ਰਿਹਾ ਵਾਂ। ਉਹਨਾਂ ਦੀ ਭਰਤੀ ਕਰਨ ਦੇ ਬਜਾਏ ਤੁਸੀਂ ਉਹਨਾਂ ਦਾ ਪੈਸਾ ਖਾ ਰਹੇ ਜਿਹੜਾ ਬਜਟ ਦੇ ਵਿੱਚ ਪਾਸ ਹੈਗਾ ਵਾ। ਖੋਸਲਾ ਜੀ ਅੱਜ ਤੋਂ ਮੁਕੰਮਲ ਕੰਮ ਬੰਦ? ਸਾਡਾ ਹੀ ਅੱਜ ਤੋਂ ਅਣਮਿੱਥੇ ਸਮੇਂ ਲਈ ਪੂਰਾ ਸ਼ਹਿਰ ਦੀ ਸਫਾਈ ਵਿਵਸਥਾ, ਇੱਕਦਮ ਕੂੜੇ ਦੀ ਲਿਫਟਿੰਗ, ਸੀਵਰਮੈਨ, ਕੋਈ ਵੀ ਸਾਡਾ ਕਰਮਚਾਰੀ ਕੰਮ ਤੇ ਨਹੀਂ ਜਾਏਗਾ। ਇਹ ਅਣਮਿੱਥੇ ਸਮੇਂ ਲਈ ਪਤਾ ਨਹੀਂ ਹਫਤਾ ਚੱਲਦੀ ਆ, 10 ਦਿਨ ਚੱਲਦੀ ਆ, 15 ਦਿਨ ਚੱਲਦੀ, ਮਹੀਨਾ ਚੱਲਦੀ ਆ। ਇਸ ਦੀ ਜ਼ਿੰਮੇਵਾਰੀ ਮੈਂ ਸਿਰਫ ਤੇ ਸਿਰਫ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਇਹ ਸੌਂਪਦਾ ਵਾਂ। ਇਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਅਗਰ ਸ਼ਹਿਰ ਦੇ ਵਿੱਚ ਮਹਾਮਾਰੀ ਫੈਲਦੀ ਆ, ਔਰ ਇਸ ਦੀ ਸਾਰੀ ਜ਼ਿੰਮੇਵਾਰੀ ਮੇਅਰ ਕਰਮ ਸਿੰਘ ਰਿੰਟੂ ਦੀ ਹੋਵੇਗੀ। ਐਸੀ ਸਾਡੇ ਨਾਲ ਜੂਨੀਅਰ ਲੀਡਰ ਸੰਜੀਵ ਖੋਸਲਾ ਜੀ। ਆਓ ਕੁਝ ਹੋਰ ਲੀਡਰਾਂ ਨਾਲ ਗੱਲ ਕਰਦੇ ਹਾਂ। ਜਿੱਥੇ ਨਗਰ ਨਿਗਮ ਕਾਰਪੋਰੇਸ਼ਨ ਦੀ ਹੜਤਾਲ ਚੱਲ ਰਹੀ ਸੀ, ਉੱਥੇ ਸਮਾਜ ਦੇ ਕੁਝ ਲੋਕ ਆਏ ਨੇ। ਸਾਡੇ ਨਾਲ ਓਮ ਪ੍ਰਕਾਸ਼ ਜੁੜੇ। ਓਮ ਪ੍ਰਕਾਸ਼ ਜੀ, ਹੜਤਾਲ ਤੇ ਕਾਰਪੋਰੇਸ਼ਨ ਦੀ ਸਮਾਜ ਦੇ ਲੋਕ ਵੀ ਆ ਗਏ ਨੇ, ਮੁੱਦਾ ਇੰਨਾ ਜ਼ਬਰਦਸਤ ਹੋ ਗਿਆ ਐਤਕੀ? ਬਿਲਕੁਲ ਜੀ, ਬਿਲਕੁਲ ਸਹੀ ਤੁਹਾਡਾ ਸਵਾਲ ਹੈ ਕਿ ਮੁੱਦਾ ਵਾਕਿਆ ਗੱਲ ਹੀ ਬੜਾ ਜ਼ਬਰਦਸਤ ਹੋ ਗਿਆ, ਕਿਉਂਕਿ ਇਹ ਜਿੱਥੇ ਸਾਡੇ ਸਮਾਜ ਦੇ ਰੋਟੀ ਰੁਜ਼ਗਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਆ,
ਉੱਥੇ ਨਾਲ ਪ੍ਰਸ਼ਾਸਨ ਦੀ ਜਿਹੜੀ ਨਲਾਇਕੀ ਆ ਔਰ ਸਰਕਾਰ ਦੀ ਜਿਹੜੀ ਨਲਾਇਕੀ ਆ ਉਹਦਾ ਮਾਮਲਾ ਹੈ। ਤੇ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਕਿਉਂਕਿ ਤੁਹਾਡਾ ਬਹੁਤ ਐਕਸਪੀਰੀਅੰਸ ਹੈ ਆਪਣੇ ਸਮਾਜ ਦੇ ਪ੍ਰਤੀ ਸੇਵਾ ਕਰਦਿਆਂ ਦਾ, ਤੁਹਾਨੂੰ ਲੱਗਦਾ ਹੈ ਕਿ ਐਤਕੀ ਕੁਝ ਜਿਹੜਾ ਹੈ ਕੰਮ ਸਿਰੋਂ ਪਾਣੀ ਲੰਘ ਗਿਆ? ਬਿਲਕੁਲ ਜੀ ਬਿਲਕੁਲ, ਸਿਰੋਂ ਪਾਣੀ ਲੰਘਣ ਵਾਲੀ ਗੱਲ ਹੀ ਆ, ਕਿਉਂਕਿ ਜਿਹੜੀ ਇਹਨਾਂ ਦੀ ਡਿਮਾਂਡ ਨੇ, ਜਿਹੜੀ ਇਹਨਾਂ ਦੀ ਮੰਗ ਆ, ਉਹ ਬਿਲਕੁਲ ਇੱਕ ਜਾਇਜ਼ ਮੰਗ ਆ। ਉਹਨਾਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ। ਲੇਕਿਨ ਨਾਲ ਇਹ ਵੀ ਗੱਲ ਆ ਕਿ ਕਰੋਨਾ ਦੀ ਜਿਹੜੀ ਮਹਾਮਾਰੀ ਆ, ਜਿਹੜੀ ਪੂਰੇ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਫੈਲੀ ਹੋਈ ਆ, ਉਸ ਗੰਭੀਰਤਾ ਨੂੰ ਵੇਖਦੇ ਹੋਏ ਸਫਾਈ ਜਿਹੜੀ ਆ, ਸਫਾਈ ਬਹੁਤ ਜ਼ਰੂਰੀ ਇੱਕ ਵਿਸ਼ਾ। ਜੇ ਸਫਾਈ ਵਿਵਸਥਾ ਹੀ ਬੰਦ ਹੋ ਜਾਏਗੀ ਤੇ ਫਿਰ ਇਹਦੇ ਨਾਲ ਤੁਸੀਂ ਇਹ ਦੇਖੋ ਆਮ ਲੋਕਾਂ ਦਾ ਜਿਹੜਾ ਕੰਮ ਆ ਉਹ ਖਰਾਬ ਹੋਣਾ, ਉਹਨਾਂ ਦੇ ਜੀਵਨ ਨਾਲ ਜੁੜਿਆ ਹੋਇਆ ਮਾਮਲਾ। ਪ੍ਰਕਾਸ਼ ਜੀ ਕਹਿੰਦੇ ਨੇ ਜਦੋਂ ਹਿੰਦੁਸਤਾਨ ਦੇ ਵਿੱਚ ਮਹਾਮਾਰੀ ਆਈ ਕਰੋਨਾ, ਤੇ ਸਾਰਿਆਂ ਨਾਲੋਂ ਜ਼ਿਆਦਾ ਜਿਨ੍ਹਾਂ ਨੇ ਸੇਵਾ ਕੀਤੀ ਉਹ ਇਹ ਸਫਾਈ ਕਰਮਚਾਰੀ ਸੀ। ਲੋਕ ਘਰਾਂ 'ਚ ਸੀ, ਇਹ ਸੜਕਾਂ 'ਤੇ ਸੀ, ਲੋਕ ਸੁੱਤੇ ਸੀ, ਇਹ ਕੰਮ ਕਰਦੇ ਸੀ। ਇਹਨਾਂ ਨੂੰ ਅਸੀਂ ਹੀਰੋ ਕਹਿੰਦੇ ਆ ਕਿ ਕਰੋਨਾ ਦੇ ਵਿੱਚ, ਪਰ ਅੱਜ ਇਹ ਹੀਰੋ ਦੇ ਨਾਲ ਜੋ ਧੱਕਾ ਹੋ ਰਿਹਾ, ਸਮਾਜ ਦੇ ਹੋਰ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਖੜਨਗੀਆਂ। ਕਾਰਪੋਰੇਸ਼ਨ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਉੱਤੇ ਕੋਈ ਪ੍ਰੈਸ਼ਰ ਪਾਇਆ ਜਾਏਗਾ? ਬਿਲਕੁਲ ਜੀ ਬਿਲਕੁਲ, ਤੁਹਾਡਾ ਸਵਾਲ ਬਹੁਤ ਵਧੀਆ। ਜਿਸ ਤਰ੍ਹਾਂ ਤੁਸੀਂ ਖੁਦ ਹੀ ਦੱਸ ਰਹੇ ਹੋ ਵੀ ਦੇਖੋ, ਜਦੋਂ ਕਰੋਨਾ ਦੀ ਮਹਾਮਾਰੀ ਸੀ, ਇਨਸਾਨ ਵੀ ਇਨਸਾਨ ਨੂੰ ਮਿਲਣ ਨੂੰ ਰਾਜੀ ਨਹੀਂ ਸੀ, ਹੱਥ ਮਿਲਾਉਣ ਤੱਕ ਰਾਜੀ ਨਹੀਂ ਸੀ। ਇੱਥੇ ਉਹ ਕਰਮਚਾਰੀ ਵੀ ਖੜੇ ਨੇ ਜਿਨ੍ਹਾਂ ਨੇ ਉਸ ਕਰੋਨਾ ਦੇ ਮਹਾਮਾਰੀ ਦੇ ਦੌਰਾਨ ਜਿਹੜੇ ਮਰੀਜ਼ ਸਨ, ਉਹਨਾਂ ਮਰੀਜ਼ਾਂ ਦੀ ਹਸਪਤਾਲਾਂ ਦੇ ਵਿੱਚ ਸੇਵਾ ਕੀਤੀ, ਸੇਵਾ ਭਾਵਨਾ ਨਾਲ ਕੰਮ ਕੀਤਾ। ਔਰ ਸਰਕਾਰ ਦਾ ਇੱਕ ਮਿਸ਼ਨ ਸੀ, ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਦੇ ਵਿੱਚ ਇਹ ਜਿਹੜੇ 46 ਵਿਅਕਤੀ ਸੀ, ਇਹਨਾਂ ਨੇ ਕੰਮ ਵੀ ਕੀਤਾ। ਤੇ ਉਹਦਾ ਇਨਾਮ ਕੀ ਮਿਲਿਆ? ਲੋਕੀ ਕਹਿੰਦੇ ਸੀ ਕਿ ਕਈਆਂ ਨੇ ਇਹਨਾਂ ਨੂੰ ਹਾਰ ਵੀ ਪਾਏ, ਤਾੜੀਆਂ ਵੀ ਵਜਾਈਆਂ, ਸਵਾਗਤ ਵੀ ਕੀਤਾ। ਮੈਂ ਤੁਹਾਡੀ ਗੱਲ ਕਰ ਰਿਹਾ, ਉਦੋਂ ਅਸੀਂ ਇਹਨਾਂ ਨੂੰ ਕਰੋਨਾ ਵਾਰੀਅਰਸ ਕਹਿੰਦੇ ਹਾਂ। ਇਹ ਪੰਜਾਬ ਪੁਲਿਸ ਤੇ ਨਗਰ ਨਿਗਮ ਦੇ ਕਰਮਚਾਰੀ ਡਾਕਟਰ ਹੈ ਤੇ ਅਸੀਂ ਲੋਕ ਆ, ਕਿਉਂਕਿ ਇਨਸਾਨ ਨੂੰ ਹੱਥ ਲਾਉਣ ਤੋਂ ਭੱਜਣ ਡਿਆ ਸੀ। ਇਹ ਲੋਕ ਸੜਕਾਂ 'ਤੇ ਸੇਵਾ ਕਰ ਰਹੇ ਸੀ। ਇਸ ਲਈ ਇਹਨਾਂ ਦੇ ਸਨਮਾਨ ਵਿੱਚ ਹਰ ਇਨਸਾਨ ਨੇ ਸਲੂਟ ਕੀਤੀ, ਫੁੱਲਾਂ ਦੇ ਹਾਰ ਪਾਏ, ਸਿਹਰੇ ਪਾਏ, ਇਹਨਾਂ ਦਾ ਸਵਾਗਤ ਕੀਤਾ। ਪਰ ਮੈਂ ਉਹਦੇ ਨਾਲ ਪੁੱਛਦਾ ਕਿ ਅੱਜ ਜੋ ਹਾਲਾਤ ਬਣ ਗਏ ਨੇ, ਅੱਜ ਆਪਣੇ ਹੀ ਜਿਸ ਨਗਰ ਨਿਗਮ 'ਚ ਇਹ ਕੰਮ ਕਰਦੇ ਨੇ, ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ, ਉਹ ਇਹਨਾਂ ਦੀ ਗੱਲ ਨਹੀਂ ਸੁਣਨ ਦੇ। ਕਿੱਥੇ ਇਹੋ ਜਿਹੀ ਕੋਤਾਹੀ ਹੋ ਗਈ ਜਿਹੜੀ ਇਹਨਾਂ ਦੀ ਆਵਾਜ਼ ਨਹੀਂ ਪਹੁੰਚ ਪਾ ਰਹੀ ਕਿ ਇਹ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੱਕ ਜਾਂ ਉੱਤੇ ਸੈਂਟਰ ਸਰਕਾਰਾਂ ਤੱਕ ਕੋਸ਼ਿਸ਼ ਕਰੋਗੇ ਇਹਨਾਂ ਦੀ ਆਵਾਜ਼ ਪਹੁੰਚਾਉਣ ਨੂੰ? ਬਿਲਕੁਲ ਜੀ ਬਿਲਕੁਲ, ਬੇਨਤੀ ਇਹ ਹੈ, ਪਹਿਲਾਂ ਤਾਂ ਇੱਕ ਨਾਮ ਦਿੱਤਾ ਗਿਆ ਸੀ ਜਿਹੜਾ ਕਰੋਨਾ ਦੇ ਤਹਿਤ ਕੰਮ ਕਰ ਰਹੇ ਸੀ। ਸਰਕਾਰ ਨੇ ਵੀ ਨਾਮ ਦਿੱਤਾ, ਲੋਕਾਂ ਨੇ ਇੱਕ ਨਾਮ ਦਿੱਤਾ ਸੀ, ਸਫਾਈ ਸੈਨਿਕ। ਪਹਿਲੀ ਵਾਰ ਹੈ ਕਿ ਸਫਾਈ ਸੈਨਿਕ ਦਾ ਇੱਕ ਨਾਰਾ ਦਿੱਤਾ ਗਿਆ। ਜਿਹੜਾ ਤੁਹਾਡੇ ਸਵਾਲ ਦੀ ਗੱਲ ਆ, ਮੈਂ ਬੜਾ ਹੈਰਾਨ ਹਾਂ ਕਿ ਸਰਕਾਰ ਇੰਨੀ ਸੰਵੇਦਨਸ਼ੀਲ ਹੈ। ਸਰਕਾਰ ਇਹਨਾਂ ਭਾਵਨਾਵਾਂ ਨੂੰ, ਕੈਪਟਨ ਸਾਹਿਬ ਇਹਨਾਂ ਦੀ ਭਾਵਨਾਵਾਂ ਨੂੰ, ਮੇਅਰ ਸਾਹਿਬ ਇਹਨਾਂ ਦੀ ਭਾਵਨਾਵਾਂ ਨੂੰ, ਕਮਿਸ਼ਨਰ ਸਾਹਿਬ ਇਹਨਾਂ ਦੀ ਭਾਵਨਾਵਾਂ ਨੂੰ, ਡੀਸੀ ਸਾਹਿਬ ਅੰਮ੍ਰਿਤਸਰ ਦੇ, ਉਹ ਇਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰ ਰਹੇ, ਇਹਨਾਂ ਦੀ ਆਵਾਜ਼ ਨਹੀਂ ਸੁਣ ਰਹੇ। ਉਹ ਜਿਹੜੇ ਲੋਕ ਸੇਵਾ ਕਰਨ ਲਈ ਤਿਆਰ ਨੇ, ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ, ਗੁਰੂ ਨਗਰੀ ਦੀ ਸੇਵਾ ਕਰਨ ਲਈ ਤਿਆਰ ਹੈ, ਉਹਨਾਂ ਲੋਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਹ ਵੇਖ ਦੁਰਭਾਗਿਆਪੂਰਨ ਹੈ। 72 ਘੰਟੇ ਦਾ ਨੋਟਿਸ ਦਿੱਤਾ ਸੀ, ਉਦੋਂ ਤੁਸੀਂ ਵੀ ਗਏ ਸੀ, ਅਸੀਂ ਵੀ ਗਏ ਸਾਂ। 72 ਘੰਟਿਆਂ 'ਚ ਮੇਰੀ ਹੁਣੇ ਕੁਝ ਲੀਡਰਾਂ ਨਾਲ ਗੱਲ ਹੋਈ, ਕਹਿੰਦੇ ਸੀ ਸਾਨੂੰ ਕਿਸੇ ਨੇ ਕਾਲ ਨਹੀਂ ਕੀਤੀ। ਲੱਗਦਾ ਨਹੀਂ ਕਿ ਜਿੱਥੇ ਸਫਾਈ ਕਰਮਚਾਰੀਆਂ ਨਾਲ ਧੱਕਾ, ਉੱਥੇ ਸਮਾਜ ਦੇ ਨਾਲ ਵੀ ਧੱਕਾ। ਬਿਲਕੁਲ ਜੀ ਬਿਲਕੁਲ, ਬੇਨਤੀ ਹੈ ਕਿ ਬੜੇ ਅਫਸੋਸਨਾਕ ਹੈ। ਇਹ ਜਾਣ ਕੇ ਹੋਰ ਵੀ ਦੁੱਖ ਲੱਗਦਾ ਹੈ ਕਿ 72 ਘੰਟਿਆਂ ਦੀ ਜੋ ਡੈਮੋਕ੍ਰੇਸੀ ਤਰੀਕਾ ਆ, ਜੋ ਪ੍ਰਜਾਤਾਂਤਰਿਕ ਤਰੀਕਾ ਆ, ਇੱਕ ਨੋਟਿਸ ਦਿੱਤਾ ਗਿਆ 72 ਘੰਟਿਆਂ ਦਾ, ਔਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਔਰ ਹੈਰਾਨੀ ਵਾਲੀ ਗੱਲ, ਅੱਜ ਹੋਣਾ ਤੇ ਇਹ ਚਾਹੀਦਾ ਸੀ ਕਿ ਸਰਕਾਰ ਨੂੰ ਤੁਰੰਤ ਆਉਣਾ ਚਾਹੀਦਾ ਸੀ, ਮੇਅਰ ਸਾਹਿਬ ਨੂੰ ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ, ਤੁਰੰਤ ਫੈਸਲਾ ਲੈਣਾ ਚਾਹੀਦਾ ਸੀ। ਔਰ ਇਹ ਜਿਹੜੀ ਸਫਾਈ ਵਿਵਸਥਾ ਜਿਹੜੀ ਠੱਪ ਹੋਈ ਆ, ਇਹਨੂੰ ਜਿਹੜਾ ਠੱਪ ਨਹੀਂ ਹੋਣ ਦੇਣਾ ਚਾਹੀਦਾ ਸੀ। ਪਰ ਮੈਨੂੰ ਲੱਗਦਾ ਹੈ ਕਿ ਉਹ ਇਹਨਾਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਆ। ਮੇਰਾ ਲਾਸਟ ਸਵਾਲ, ਇੱਕ ਪਾਸੇ ਕਿਸਾਨ ਸੜਕਾਂ 'ਤੇ ਹੈ, ਅੱਜ ਭਾਰਤ ਬੰਦ ਦੇ ਜਗ੍ਹਾ ਤੇ ਜਾਮ ਲੱਗੇ ਨੇ, ਉਹਦੇ ਬਾਵਜੂਦ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋਏ ਨੇ। ਲੱਗਦਾ ਕਿ ਆਉਣ ਵਾਲੇ 3 ਦਿਨਾਂ 'ਚ ਜਿਹੜਾ ਸੰਘਰਸ਼ ਤੇਜ਼ ਹੋਏਗਾ? ਬਿਲਕੁਲ ਬਿਲਕੁਲ ਤੇਜ਼ ਹੋਏਗਾ, ਕਿਉਂਕਿ ਦੇਖੋ ਜਿਹੜੇ ਲੋਕ ਖੜੇ ਨੇ, ਉਹ ਲੋਕ ਖੜੇ ਨੇ ਜਿਹੜੇ ਜ਼ਮੀਨੀ ਸਤਰ ਤੇ ਆਪਣੇ ਹੱਕ ਦੀ ਲੜਾਈ ਲੜ ਰਹੇ ਆ। ਔਰ ਹੱਕ ਦੀ ਲੜਾਈ ਲੜਨ ਵਾਲਾ ਵਿਅਕਤੀ ਜਿਹੜਾ ਆ, ਉਹਦੀ ਜਿੱਤ ਹੁੰਦੀ ਆ। ਟਾਈਮ ਜ਼ਰੂਰ ਲੱਗਦਾ, ਸਰਕਾਰਾਂ ਜ਼ਰੂਰ ਅਣਦੇਖੀ ਕਰਦੀਆਂ, ਲੇਕਿਨ ਜਿਹੜੀ ਸੱਚ ਤੇ ਹੱਕ ਦੀ ਲੜਾਈ ਜਿਹੜੀ ਆ, ਉਹ ਜਿੱਤੀ ਜਾਂਦੀ ਆ, ਉਹ ਜਿੱਤੀ ਜਾਏਗੀ। ਸਾਡਾ ਹੱਕ, ਸਾਡਾ ਹੱਕ। ਐਸੀ ਸਮਾਜ ਦੇ ਲੋਕ, ਅਸੀਂ ਕੁਝ ਹੋਰ ਲੋਕਾਂ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਰਾਜਕੁਮਾਰ ਰਾਜੂ ਜੀ ਚੇਅਰਮੈਨ ਜੁੜੇ ਨੇ। ਚੇਅਰਮੈਨ ਸਾਹਿਬ, ਸ਼ਹਿਰ ਬੰਦ ਹੈ, ਕਿਸਾਨਾਂ ਵੱਲੋਂ ਹੜਤਾਲ ਹੈ, ਪਰ ਇੱਥੇ ਮੈਂ ਦੇਖ ਰਿਹਾ ਹਜ਼ਾਰਾਂ ਦੀ ਤਾਦਾਦ 'ਚ ਜਿਹੜੇ ਵਰਕਰ ਪਹੁੰਚੇ ਨੇ ਔਰ ਤੁਹਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਲੱਗਦਾ ਕਿ ਐਤਕੀ ਜਿਹੜੀ ਤੁਹਾਡੀ ਆਵਾਜ਼ ਹੈ, ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ? ਵੇਖੋ ਜੀ, ਬਿਲਕੁਲ ਹੋਣੀਆਂ ਚਾਹੀਦੀਆਂ। ਮੈਂ ਬੜਾ ਧੰਨਵਾਦ ਕਰਦਾ ਵਾਂ ਮੀਡੀਆ ਦਾ ਵੀ ਕਿ ਸਾਡੀ ਆਵਾਜ਼ ਜਿਹੜੀ ਹੈ ਇਹ ਪੂਰੇ ਪੰਜਾਬ ਤੱਕ ਲੈ ਕੇ ਜਾਂਦੇ ਆ। ਇਸੇ ਕਰਕੇ ਹੀ ਅੱਜ ਜਿਹੜੀ ਅਸੀਂ ਹੜਤਾਲ ਕੀਤੀ, ਬੜੇ ਦੁੱਖ ਨਾਲ ਕਹਿ ਰਹੇ ਹਾਂ ਵੀ ਜਿਹੜੀ ਹੜਤਾਲ ਕੀਤੀ ਸਾਨੂੰ ਕਰਨੀ ਨਹੀਂ ਚਾਹੀਦੀ, ਪਰ ਇਹਨਾਂ ਨੇ ਮਜਬੂਰਨ ਕਰ ਦਿੱਤਾ ਸਾਨੂੰ। ਮਾਨਯੋਗ ਮੇਅਰ ਸਾਹਿਬ ਨੇ ਸਾਡੀਆਂ ਇਸੇ ਪਹਿਲੋਂ ਫਿਰ ਦੁਬਾਰਾ ਅੱਗੇ ਮੀਡੀਆ ਗੱਲ ਕੀਤੀ ਆ, ਸਾਡੀਆਂ 4 ਡੀਪੀਆਂ ਤੇ ਜਿਹੜੀਆਂ ਸਾਡੀਆਂ 81 ਗੱਡੀਆਂ ਬੰਦ ਕਰ ਦਿੱਤੀਆਂ ਗਈਆਂ।
ਇਹਨਾਂ ਨੂੰ ਚਾਹੀਦਾ ਸੀ ਕਿ ਸਾਡੀਆਂ ਗੱਡੀਆਂ ਪਹਿਲੋਂ ਪ੍ਰੋਵਾਈਡ ਕਰਦੇ, ਫਿਰ ਉਹ ਗੱਡੀਆਂ ਬੰਦ ਕਰਦੇ। ਨਾਲ ਦੇ ਨਾਲ 46 ਜਿਹੜੇ ਬੰਦੇ ਸੀ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ, ਆਪਣੀ ਮੌਤ ਨੂੰ ਨਹੀਂ ਵੇਖਿਆ, ਅੱਜ ਉਹਨਾਂ ਨੂੰ ਘਰ ਦੇ ਵਿੱਚ ਬਹਾ ਦਿੱਤਾ ਗਿਆ ਵਾ। ਅਸੀਂ ਉਹਨਾਂ ਨੂੰ ਇਹ ਵੀ ਮੇਅਰ ਸਾਹਿਬ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਜਿਹੜੇ 46 ਬੰਦੇ ਆ ਉਹ ਰੱਖੇ ਜਾਣ, ਨਾਲ ਦੇ ਨਾਲ 195 ਸੀਵਰਮੈਨ ਰੱਖੇ ਜਾਣ, ਔਰ ਨਾਲ ਦੇ ਨਾਲ ਜਿਹੜਾ 800 ਜਿਹੜਾ ਮੁਲਾਜ਼ਮ ਹੈ ਬਜਟ ਆ ਉਹਨਾਂ ਦਾ ਵੀ, ਉਹਨਾਂ ਨੂੰ ਸਫਾਈ ਸੇਵਕ ਤੇ ਫਿਰ ਰੱਖਿਆ ਜਾਵੇ, ਤਾਂ ਕਿ ਸਾਡਾ ਜਿਹੜਾ ਵਾ ਇਹੋ ਹੀ ਹਥਿਆਰ ਆ ਝਾੜੂ, ਉਹ ਵੀ ਸਾਡੇ ਕੋਲ ਖੋਇਆ ਜਾ ਰਿਹਾ ਵਾ। ਇਹ ਸਹਿਣ ਨਹੀਂ ਕੀਤਾ ਜਾਏਗਾ। ਅਸੀਂ ਨਾਲ ਦੇ ਨਾਲ ਅੱਜ ਜਿਹੜੀ ਸਾਡੀ ਹੜਤਾਲ ਇੱਥੇ ਹੋਈ ਆ, ਅਸੀਂ ਮੰਗਲਵਾਰ ਰਣਜੀਤ ਐਵ ਨੂੰ ਉੱਥੇ ਜਾ ਕੇ ਅਸੀਂ ਆਪਣਾ ਜਿਹੜਾ ਧਰਨਾ ਲਾਇਆ ਮੰਗਲਵਾਰ। ਅੱਜ ਕਿਹੜੀਆਂ ਗਲੀਆਂ ਸੁਵਿਧਾਵਾਂ ਜਿਹੜੀਆਂ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਬੰਦ ਹੋ ਗਈਆਂ ਤੇ ਉਹਦਾ ਸਿੱਧਾ ਜ਼ਿੰਮੇਦਾਰ ਕੌਣ ਹੈ? ਉਹ ਵੇਖੋ ਜੀ ਪ੍ਰਸ਼ਾਸਨ ਹੋਏਗਾ, ਜਿਨ੍ਹਾਂ ਦੀ ਵਜ੍ਹਾ ਜਿਹੜੀਆਂ ਸਾਡੇ ਮੁਲਾਜ਼ਮ ਨਾਲ ਧੱਕਾ ਕਰਨ ਦੇ ਆ। ਅੱਜ ਵੇਖੋ ਸੰਦਾਵਾਂ ਬੰਦ ਹੋਈਆਂ, ਝਾੜੂ ਦਾ, ਲਿਫਟਿੰਗ ਦਾ, ਸੀਵਰੇਜ ਦਾ, ਆਪਣੇ ਸਟੀਲ ਲਾਈਟ ਦਾ, ਇਹ ਸਾਰੀਆਂ ਬੰਦ ਰਹੇ। ਇਸੇ ਤਰ੍ਹਾਂ ਜੇ ਸਾਡੀਆਂ ਮੰਗਾਂ ਨਾ ਇਹਨਾਂ ਨੇ ਪੂਰੀਆਂ ਕੀਤੀਆਂ, ਇਹ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ। ਜਿਹੜੇ ਪ੍ਰਾਈਵੇਟ ਕੰਪਨੀਆਂ ਕੂੜਾ ਲਿਫਟਿੰਗ ਕਰਦੀਆਂ ਉਹ ਵੀ ਤੁਹਾਨੂੰ ਸਹਿਯੋਗ ਦੇ ਰਹੀਆਂ ਕਿ ਨਹੀਂ? ਨਹੀਂ, ਅਜੇ ਤੱਕ ਤੇ ਵੇਖੋ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ। ਨਾਲ ਦੇ ਨਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਕਿ ਸਾਡੀ ਰੋਜੀ ਰੋਟੀ ਦਾ ਸਵਾਲ ਆ, ਇਸੇ ਤਰ੍ਹਾਂ ਤੁਹਾਡੇ ਨਾਲ ਵੀ ਕਦੇ ਗਲਤ ਹੋ ਸਕਦੀ ਆ, ਸਾਡਾ ਸੰਯੋਗ ਦੇਣ। ਆਪਣੀਆਂ ਪ੍ਰਾਈਵੇਟ ਗੱਡੀਆਂ ਜਿਹੜੀਆਂ ਉਹ ਨਾ ਲਿਆਉਣ, ਆਪਣੇ ਘਰਾਂ 'ਚ ਰਹੋ ਤੁਸੀਂ। ਇਹ ਸਾਡੀ ਕੰਪਨੀ ਵੱਲੋਂ ਵੀ, ਮੈਂ ਆਪਣੇ ਵੱਲੋਂ ਕੰਪਨੀ ਵੱਲੋਂ ਕਹਿੰਦਾ ਕਿ ਤੁਹਾਨੂੰ ਇੱਕ ਅਪੀਲ ਕਰਦਾ ਵਾਂ ਕਿ ਆਪਣੀਆਂ ਜਿਹੜੀਆਂ ਗੱਡੀਆਂ ਬੰਦ ਰੱਖੋ। ਮੇਰਾ ਲਾਸਟ ਸਵਾਲ, ਮੈਂ ਸਾਰਿਆਂ ਨੂੰ ਇਹ ਸਵਾਲ ਕੀਤਾ, 72 ਅੱਜ ਤੋਂ 72 ਘੰਟੇ ਪਹਿਲਾਂ ਤੁਸੀਂ ਨੋਟਿਸ ਦਿੱਤਾ ਸੀ ਔਰ 72 ਘੰਟੇ ਕੰਪਲੀਟ ਹੋ ਚੱਲੇ ਨੇ। ਤੁਹਾਨੂੰ ਕਿਸੇ ਨਗਰ ਨਿਗਮ ਦੇ ਕਿਸੇ ਆਲਾ ਅਫਸਰ ਨੇ ਜਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ? ਵੇਖੋ ਜੀ, ਜਿਸ ਤਰ੍ਹਾਂ ਅਸੀਂ ਬੁੱਧਵਾਰ ਦਿੱਤਾ ਸੀ ਆਪਣਾ ਨੋਟਿਸ, ਬੁੱਧਵਾਰ ਹੀ ਉਹਨਾਂ ਨੇ ਸਾਨੂੰ ਬੁਲਾ ਦਿੱਤਾ ਗਿਆ ਸੀ, ਬਾਈ ਨੇਮ ਲੈਟਰ ਦਿੱਤੀ ਸੀ ਔਰ ਅਸੀਂ ਗਏ ਵੀ ਹਾਂ। ਸਾਨੂੰ ਉਹਨਾਂ ਨੇ ਉਹੋ ਜਿਸ ਤਰ੍ਹਾਂ ਨਾ, ਹਾਂਜੀ ਤੁਸੀਂ ਨੋਟਿਸ ਦੇ ਕੇ ਸਾਡੇ ਕੋਲ ਆਉਂਦੇ ਜੇ, ਤੁਸੀਂ ਨੋਟਿਸ ਦੇਣ ਤੋਂ ਪਹਿਲਾਂ ਇਸ ਤਰ੍ਹਾਂ ਕਿ ਮੈਂ ਕਿਹਾ ਫਿਰ ਉਹਨਾਂ ਨੂੰ, ਮੈਂ ਕਿਹਾ ਵੀ 2 ਫੋਨ ਮੇਅਰ ਸਾਹਿਬ ਤੁਹਾਨੂੰ ਕੀਤੇ ਆ, ਮੈਡਮ ਕਮਿਸ਼ਨਰ ਕੋਮਲ ਮਿੱਤਰ ਨੂੰ 2 ਮੈਡਮ ਜੀ ਤੁਹਾਨੂੰ ਫੋਨ ਕੀਤੇ ਆ, ਤੁਸੀਂ ਕੋਲਾਂ ਦਾ ਸਾਡਾ ਜਵਾਬ ਨਹੀਂ ਦਿੱਤਾ, ਸਾਨੂੰ ਮਜਬੂਰਨ ਜਿਹੜਾ ਇਹ ਦੇਣਾ ਪਿਆ ਨੋਟਿਸ। ਪਿਛਲੀ ਵਾਰ ਵੀ 72 ਘੰਟੇ ਦਾ ਨੋਟਿਸ ਦਿੱਤਾ ਸੀ, ਇੱਕ ਕਮੇਟੀ ਬਣ ਗਈ ਸੀ, ਉਹਨੇ ਗੱਲ ਕੀਤੀ ਕਿ ਐਤਕੀ ਕਮੇਟੀ ਨਾਲ ਗੱਲ ਹੋਏਗੀ ਕਿ ਐਤਕੀ ਸਿੱਧਾ ਕਰਮਜੀਤ ਸਿੰਘ ਰਿੰਟੂ ਹੋਣਾ ਨਾਲ ਗੱਲ ਹੋਏਗੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਜਾਣ ਤੋਂ ਬਾਅਦ ਹੀ ਸੰਘਰਸ਼ ਖਤਮ ਹੋਏਗਾ। ਵੇਖੋ ਜੀ, ਉਹ ਕਮੇਟੀ ਉਸ ਦੌਰਾਨ ਬਣਾਈ ਸੀ, ਉਹ ਵਿਵਾਦ ਚੱਲ ਰਿਹਾ ਸੀ ਵਿਜੇ ਐਕਸ਼ਨ ਦਾ, ਉਹ ਕਮੇਟੀ ਜਿਹੜੀ ਉਸੋਂ ਨਾਲ ਹੀ ਭੰਗ ਹੋ ਗਈ ਆ। ਸਾਡਾ ਜਿਹੜਾ ਹੁਣ ਮਾਨਯੋਗ ਮੇਅਰ ਸਾਹਿਬ ਨਾਲ ਹੀ ਜਿਹੜੀ ਗੱਲ ਹੋਏਗੀ ਬੈਕ ਕਾਊਂਟਰ ਤੇ ਹੋਏਗੀ। ਲੱਗਦਾ ਹੈ ਕਿ ਮਸਲਾ ਹੱਲ ਹੋਏਗਾ ਜੇ, ਕਿਉਂਕਿ ਇਸ ਟਾਈਮ ਤਕਰੀਬਨ ਪੂਰਾ ਸ਼ਹਿਰ ਬੰਦ ਸੀ ਤੇ ਉਹਦੇ ਦੌਰਾਨ ਤੁਸੀਂ ਇਹ ਮੀਟਿੰਗ ਕਰ ਰਹੇ ਹੋ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਲੱਗ ਜੇ ਕਿ ਜਿਹੜੀ ਇਹ ਮਸਲਾ ਹੈ ਇਹ ਕਿਸ ਤਰ੍ਹਾਂ ਹੱਲ ਹੋਏਗਾ। ਵੇਖੋ ਜੀ, ਮਸਲਾ ਤੇ ਹੱਲ ਹੋਣਾ ਹੀ ਹੋਣਾ ਵਾ। ਕਰੋਨਾ ਕਾਲ ਇਸ ਵੇਲੇ ਬਹੁਤ ਫੈਲ ਚੁੱਕਾ ਵਾ ਔਰ ਗੰਦਗੀ ਫੈਲੇਗੀ, ਕਰੋਨਾ ਦਾ ਵੜਾਵਾ ਹੋਰ ਹੋਏਗਾ। ਇਹ ਮਾਨਯੋਗ ਮੇਅਰ ਸਾਹਿਬ ਨੂੰ ਸਾਡੀਆਂ ਮੰਗਾਂ ਜਿਹੜੀਆਂ ਮੰਨਣੀਆਂ ਹੀ ਪੈਣੀਆਂ। ਐਸੀ ਸਾਡੇ ਨਾਲ ਰਾਜਕੁਮਾਰ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਚੇਅਰਮੈਨ ਟੋਨਾ ਜੀ, ਸੁਰਿੰਦਰ ਟੋਨਾ ਜੀ ਸਾਰਾ ਕੁਝ ਕਹਿੰਦੇ ਬੰਦ ਕਰ ਦਿੱਤਾ ਗਿਆ। ਕੀ ਇਹੋ ਜਿਹਾ ਮਸਲਾ ਪੈ ਗਿਆ ਕਿ ਜਿਹੜੀ 72 ਘੰਟੇ ਦੇ ਨੋਟਿਸ ਦੇ ਬਾਅਦ ਵੀ ਮੇਅਰ ਸਾਹਿਬ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਤੇ ਹੁਣ ਸਾਰਾ ਸ਼ਹਿਰ ਦੇ ਵਿੱਚ ਕਿਹੜੀਆਂ ਜਿਹੜੀਆਂ ਸੁਵਿਧਾਵਾਂ ਬੰਦ ਹੋ ਗਈਆਂ? ਦੇਖੋ ਜੀ, ਅੱਜ ਅਸੀਂ ਇੱਕ ਡਿਮਾਂਡ ਨੋਟਿਸ ਦਿੱਤਾ ਸੀ, ਉਹ ਡਿਮਾਂਡ ਵਿੱਚ ਛੋਟੀ ਡਿਮਾਂਡਾਂ ਸੀ, ਜਿਸ ਤਰ੍ਹਾਂ ਕਿ ਜਿਹੜੇ ਕਰੋਨਾ ਕਾਲ ਦੇ ਵਿੱਚ ਜਿਹੜੇ 46 ਬੰਦੇ ਨੇ ਉਹ ਉਹਨਾਂ ਨੂੰ ਦੁਬਾਰਾ ਰੱਖਿਆ ਜਾਵੇ। ਇਹਨਾਂ ਨੂੰ ਉਹ 46 ਬੰਦਿਆਂ ਤੋਂ ਰੱਖਿਆ ਨਹੀਂ, ਪਲੱਸ ਜਿਹੜੇ 216 ਬੰਦੇ ਨੇ ਅੰਦਰ ਖਾਤੇ ਵਾਹ ਕਰਕੇ ਵਿੱਚੋਂ ਆਪਣੇ ਪੁੱਤ ਭਤੀਜੇ ਜਿਹੜੇ ਰਖਾ ਰਹੇ ਨੇ, ਉਹ ਜਿਹੜੇ 216 ਰੱਖ ਲਏ ਤੇ 46 ਬੰਦੇ ਰੱਖੇ। ਉਸ ਤੋਂ ਬਾਅਦ ਅਸੀਂ ਆਖਿਆ ਸੀ ਕਿ 800 ਬੰਦੇ ਦੀ ਨਵੀਂ ਭਰਤੀ ਜਿਹੜੀ ਸਫਾਈ ਸੇਵਕ ਦੀ ਚਾਹੀਦੀ ਆ, 300 ਬੰਦਾ ਸੀਵਰਮੈਨ ਚਾਹੀਦਾ। ਇਸੇ ਤਰ੍ਹਾਂ 350 ਬੰਦਾ ਵਾ ਜਿਨ੍ਹਾਂ ਨੂੰ 18 ਸਾਲ ਹੋ ਗਏ ਨੇ। 195 ਬੰਦੇ ਸੀਵਰਮੈਨ ਨੇ ਜਿਹੜੇ ਕਿ ਮੇਰੇ ਬੈਕ ਸਾਈਡ ਤੇ ਵੀ ਖੜੇ ਨੇ ਨਾਲ। 195 ਬੰਦੇ ਨੂੰ 18 ਸਾਲ ਹੋ ਗਏ, ਕੋਈ ਪੱਕਾ ਨਹੀਂ ਕਰਦਾ ਪਿਆ। 125 ਬੰਦੇ ਜਿਹੜੇ ਨੇ ਉਹ ਸਟੀਲ ਲਾਈਟ ਦੇ ਨੇ, ਉਹਨਾਂ ਨੂੰ ਪੱਕਾ ਨਹੀਂ ਕਰਦਾ ਗਿਆ। ਇਹ ਡਿਮਾਂਡਾਂ ਦਿੱਤੀਆਂ ਸੀ। ਵਰਕਸ਼ਾਪ ਦੇ ਵਿੱਚ ਜਿਹੜੀਆਂ ਗੱਡੀਆਂ ਪੁਰਾਣੀਆਂ ਉਹ ਕੰਡਮਗਨੀਆਂ ਚਾਹੁੰਦੇ ਨੇ, ਉਹਨਾਂ ਦਾ ਕੋਈ ਰਿਪੇਅਰ ਦਾ ਖਰਚਾ ਨਹੀਂ। ਡਰਾਈਵਰ ਨੂੰ ਆਪਣੇ ਕੋਲੋਂ 200 ਰੁਪਏ ਪੈਂਚਰ ਤੇ ਵੀ ਲਾਉਣਾ ਪੈਂਦਾ ਵਾ। ਆਪਣੀ ਜਿਹੜੀ ਫੈਨ ਬੈਲਟ ਆ, ਉਹ ਫੈਨ ਬੈਲਟਾਂ ਦੇ ਪੈਸੇ ਵੀ ਕੋਲੋਂ ਲਾਉਣੇ ਪੈਂਦੇ ਆ। ਕੋਈ ਵਾਹ ਵਸਤਾ ਇੱਥੇ ਕੋਈ ਬਾਥਰੂਮ ਦੇ ਵਾਸਤੇ ਕੋਈ ਜਗ੍ਹਾ ਨਹੀਂ। ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ, ਉਹ ਸੇਵਾ ਦੇ ਬਾਵਜੂਦ ਅਸੀਂ ਇਹ ਆਖਿਆ ਸੀ ਕਿ ਜਿਹੜੇ ਬੰਦੇ ਨੇ ਉਹ ਪੱਕੇ ਕੀਤੇ ਜਾਣ, ਨਵੀਂ ਭਰਤੀ ਰੱਖੀ ਜਾਵੇ। ਔਰ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਕੋਈ ਵੀ ਕੰਮ ਆ ਉਹ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ। ਲੇਕਿਨ ਕਿਸੇ ਨੇ ਨਹੀਂ। ਇਹ ਮੇਰੇ ਵੀਰ ਜਿਹੜੇ ਸਟੀਲ ਲਾਈਟ ਜਿਹਨਾਂ ਨੂੰ ਮੈਂ ਬੇਨਤੀ ਕਰਦਾ ਪਿਆ ਕਿ 125 ਬੰਦੇ ਸਟੀਲ ਲਾਈਟ ਦੇ ਵਿਚਾਰੇ ਨੇ, ਇਹਨਾਂ ਨੂੰ 15 ਸਾਲ ਹੋ ਗਏ ਆ। 11/4/12 ਨੂੰ ਜਦੋਂ ਕਾਰਪੋਰੇਸ਼ਨ ਸਰਕਾਰ, ਜਦੋਂ ਪੰਜਾਬ ਸਰਕਾਰ ਦੇ ਵਿੱਚ ਅਸੀਂ ਹੜਤਾਲ ਸਟ੍ਰਾਈਕ ਕੀਤੀ ਤੇ ਉਹਦੇ ਵਿੱਚ ਸਾਰੇ ਹੀ ਮੁਲਾਜ਼ਮ ਪੱਕੇ ਕੀਤੇ ਗਏ। ਲੇਕਿਨ ਜਿਹੜੇ ਸਟੀਲ ਲਾਈਟ ਵਾਲੇ ਨੇ ਮਹੱਲਾ ਸੁਧਾਰ ਵਿੱਚ, ਜਿਹੜੇ ਕਾਰਪੋਰੇਸ਼ਨ ਦੇ ਮਹੱਲਾ ਸੁਧਾਰ ਦੇ ਬੰਦੇ ਸੀ ਉਹ ਪੱਕੇ ਕੀਤੇ ਗਏ। ਲੇਕਿਨ ਜਿਹੜੇ ਸਟੀਲ ਲਾਈਟ ਵਾਲੇ ਤੇ 195 ਸੀਵਰਮੈਨ, ਜਿਹੜਾ ਕਿ ਸਫਾਈ ਤੋਂ ਵੀ ਉੱਪਰ ਕੰਮ ਜਿਹੜਾ ਸੀਵਰਮੈਨ ਦਾ,
ਤੇ ਸਟੀਲ ਲਾਈਟ ਆ ਜਿਹੜਾ ਸਾਨੂੰ ਹਨੇਰੇ ਤੋਂ ਚਾਨਣ ਦਿੰਦੇ ਨੇ, ਜਿਹੜੇ ਸਾਨੂੰ ਸਿਹਤ ਦੇ ਜਿਹੜੇ ਸੀਵਰਮੈਨ ਆ ਉਹ ਸਾਨੂੰ ਸਾਡੀ ਸਿਹਤ ਦਾ ਧਿਆਨ ਰੱਖਦੇ ਹੋਏ ਆਪ ਸੀਵਰ ਦਾ ਕੰਮ ਕਰਦੇ ਨੇ, ਉਹਨਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਇਹ ਅਸੀਂ ਡਿਮਾਂਡ ਨੂੰ ਦਿੱਤਾ ਸੀ। ਉਹਨਾਂ ਜੀ ਤੁਸੀਂ ਕਹਿੰਦੇ ਹੋ 18 ਸਾਲ ਹੋ ਗਏ ਨੇ ਪੱਕੇ ਨਹੀਂ ਹੋਏ, ਕਿਤੇ ਨਾ ਕਿਤੇ ਯੂਨੀਅਨਾਂ ਦੀ ਵੀ ਕਮੀ ਰਹੀ ਹੈ ਕਿ ਆਪਾਂ ਦਬਾਅ ਨਹੀਂ ਪਾ ਪਾਏ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾਉਣ 'ਚ। ਮੈਂ ਇੱਕ ਬੇਨਤੀ ਕਰਦਾ, ਯੂਨੀਅਨ ਦਾ ਦਬਾਅ ਨਹੀਂ ਸੀ ਕੋਈ ਨਾ ਯੂਨੀਅਨ ਨੇ ਵਿਚਾਰਿਆਂ ਨੇ ਕੋਈ ਕੀਤਾ। ਯੂਨੀਅਨ ਨੂੰ ਜਿਸ ਤਰ੍ਹਾਂ ਕੋਈ ਆ ਕੇ ਕਹਿੰਦਾ ਰਿਹਾ ਵੀ ਅਸੀਂ ਇੰਨੇ ਬੰਦੇ ਆ 300 ਉੱਥੇ ਆ ONM 'ਚ ਲੱਗੇ ਆ, ਸਿਵਲ 'ਚ ਲੱਗੇ ਆ, ਹੈਲਥ 'ਚ ਲੱਗੇ, ਉਹ ਸਾਰੇ ਪੱਕੇ ਹੋ ਗਏ। ਜਿਹੜਾ ਇਹਨਾਂ ਦੇ HOD ਆ ਉਹਦੀ ਗਲਤੀ ਸੀ, ਜਿਹੜਾ SC ਐਕਸ਼ਨ ਹੁੰਦਾ ਵਾ ਉਹ ਉਹਨਾਂ ਦੀ ਗਲਤੀ ਆ, ਜਿੱਦਾਂ ਮਹਾਜਨ ਜੀ ਆ ਉਹਨਾਂ ਦੀ ਗਲਤੀ ਹੈ, ਇਹਨਾਂ ਦੇ ਅਫਸਰਾਂ SDO ਦੀ ਗਲਤੀ ਆ, ਐਕਸ਼ਨਾਂ ਦੀ ਗਲਤੀ ਆ। ਉਹਨਾਂ ਨੇ ਸਰਕਾਰ ਨੂੰ ਲਿਖ ਕੇ ਭੇਜਿਆ ਨਹੀਂ, ਨਾ ਕਿ ਨਗਰ ਨਿਗਮ ਕਮਿਸ਼ਨਰ ਨੂੰ ਵੀ। ਮੈਨੂੰ ਇੱਕ ਸਿੱਧਾ ਸਵਾਲ ਹੈ, ਆਜ਼ਾਦ ਮੁਲਕ ਹੈ ਤੇ ਇਸ ਆਜ਼ਾਦ ਮੁਲਕ 'ਚ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਇਹਨਾਂ ਨੂੰ ਮਿਲਣਾ ਚਾਹੀਦਾ। ਅਸੀਂ ਤੇ ਮੈਂ ਤਾਂ ਅੱਜ ਵੀ ਕਹਾਂਗਾ ਕਿ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ, ਅਸੀਂ ਅੱਜ ਵੀ ਗੁਲਾਮ ਹੈ, ਪਹਿਲਾਂ ਵੀ ਗੁਲਾਮ ਹੈ, ਹੁਣ ਵੀ ਗੁਲਾਮ ਹੈ। ਕਿਉਂ ਕਿ ਅਸੀਂ ਤੰਦਰੁਸਤ ਹੋ ਸਕਦੇ ਤਾਂ ਹੀ ਗੁਲਾਮ ਆਜ਼ਾਦੀ ਮਿਲ ਸਕਦੀ ਸਾਨੂੰ। ਜੇ ਇਹ ਬੱਚੇ ਪੱਕੇ ਕੀਤੇ ਜਾਣ ਤੇ ਨਵੀਂ ਭਰਤੀ ਜਿਹੜੀ ਹੋਣੀ ਚਾਹੀਦੀ ਹੈ। ਨਗਰ ਨਿਗਮ ਅੰਮ੍ਰਿਤਸਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਸਫਾਈ ਕਰਮਚਾਰੀ, ਇਲੈਕਟ੍ਰੀਸ਼ਨ, ਉਸ ਤੋਂ ਬਾਅਦ ਦਰਜਾ 4 ਦੇ ਜਿਹੜੇ ਕਰਮਚਾਰੀ ਹੁੰਦੇ ਨੇ, ਨਾ ਕਿ ਉਤਲੇ। ਤੁਹਾਨੂੰ ਨਹੀਂ ਲੱਗਦਾ ਇਹ ਜਿਹੜੇ ਸਾਡੇ ਕਰਮਚਾਰੀ ਭਰਾ ਨੇ ਇਹਨਾਂ ਦੇ ਹੱਕ ਵਿੱਚ ਹੁਣ ਵੱਡਾ ਅੰਦੋਲਨ ਕਰਨ ਦਾ ਸਮੇਂ ਆ ਗਿਆ? ਦੇਖੋ ਜੀ 7 ਮਹੀਨੇ ਰਹਿ ਗਏ, 8 ਮਹੀਨੇ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ। ਅਗਰ ਜੇ ਸਾਡੀ ਆਵਾਜ਼ ਹੁਣ ਨਹੀਂ ਬੁਲੰਦ ਕਰਨਗੇ ਤੇ ਜਿਹੜਾ ਮੁਲਾਜ਼ਮ ਹੈ ਉਹ ਰੀੜ੍ਹ ਦੀ ਹੱਡੀ ਆ। ਅਸੀਂ ਕਿਸੇ ਗੱਲ ਤੋਂ ਗਰੇਜ ਨਹੀਂ ਕਰਾਂਗੇ, ਵੇਖਾਂਗੇ ਜੇ ਨਹੀਂ ਸਾਡੇ ਇਹ ਬੰਦੇ ਪੱਕੇ ਕਰਨਗੇ ਤਾਂ ਨਵੀਂ ਸਰਕਾਰ ਕਿਸੇ ਹੋਰ ਨੂੰ ਮੌਕਾ ਦੇਵਾਂਗੇ। ਕਿਉਂਕਿ ਜਿਹੜਾ ਸਾਨੂੰ ਪੱਕਾ ਕਰਾਏਗਾ, ਜਿਹੜਾ ਸਾਡੇ ਮੁਲਾਜ਼ਮਾਂ ਦੀ ਗੱਲ ਜਿਹੜੀ ਜਿੱਤ ਪ੍ਰਾਪਤ ਕਰਾਏਗਾ, ਜਿਹੜਾ ਇਹਨਾਂ ਦੀ ਸੁਣਾਈ ਕਰੇਗਾ, ਅਸੀਂ ਤਾਂ ਉਹਨੂੰ ਵੋਟ ਦੇਵਾਂਗੇ। ਨਹੀਂ, ਆਉਣ ਵਾਲੇ ਸਮੇਂ 'ਚ ਬਾਈਕਾਟ ਕਰਾਂਗੇ। ਜੇ ਅਸੀਂ ਇਹਨਾਂ ਨੂੰ ਜਿਤਾ ਸਕਦੇ ਹਾਂ, ਅਸੀਂ ਇਹਨਾਂ ਨੂੰ ਹਰਾ ਵੀ ਸਕਦੇ ਹਾਂ। ਲਾਸਟ ਸਵਾਲ ਕਿ ਕਿਹੜੀਆਂ ਸੁਵਿਧਾਵਾਂ ਜਿਹੜੀਆਂ ਬੰਦ ਨੇ ਤੇ ਜਿਹੜੇ ਲੋਕਾਂ ਨੂੰ ਉਹਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨ ਲੱਗ ਪਏਗਾ, ਉਹਦਾ ਸਿੱਧੇ ਜ਼ਿੰਮੇਦਾਰ ਕੌਣ ਹੈ? ਜ਼ਿੰਮੇਦਾਰ ਨਗਰ ਪ੍ਰਸ਼ਾਸਨ ਹੈ, ਕੋਮਲ ਮਿੱਤਲ ਜੀ ਔਰ ਰਿੰਟੂ ਮੇਅਰ ਜੀ। ਤੇ ਮੈਂ ਤੇ ਉਹਨਾਂ ਨੂੰ ਵੀ ਲੈ ਕੇ ਸਮਝਦਾ ਵੀ ਜਿਹੜੇ ਇੰਨੇ ਮੰਤਰੀ ਬਣੇ ਜਾਂ ਜਿਹੜੇ ਕੌਂਸਲ ਸਾਹਿਬਾਨ ਨੇ ਜਾਂ ਵਾਲਮੀਕੀ ਦੇ ਜਿਹੜੇ ਕੌਂਸਲ ਨੇ, ਵਾਲਮੀਕੀਆਂ ਦਾ ਜਿਹੜਾ ਕੋਈ ਮੰਤਰੀ ਸ਼ਡਿਊਲ ਕਾਸਟਾਂ ਦਾ ਵਾ, ਉਹ ਵੀ ਆਵਾਜ਼ ਨਹੀਂ ਬੁਲੰਦ ਨਹੀਂ ਕਰਦੇ। ਕਿਉਂ ਕਿ ਜਦੋਂ ਅਸੀਂ ਇੱਕ ਭਾਈਚਾਰੇ ਨਾਲ ਰਹਿੰਦੇ ਨਾਲ ਹੈ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਅਕਾਲੀਏ ਮਾੜੇ, ਕਾਂਗਰਸ ਮਾੜੀ, ਆਪ ਵਾਲੇ ਮਾੜੇ ਜਾਂ ਦੂਜੇ ਚੀਜ਼ ਮਾੜੇ। ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜਾ ਸਾਡੀ ਮੁਲਾਜ਼ਮਾਂ ਦੀ ਸੁਣਾਈ ਕਰੇਗਾ ਅਸੀਂ ਉਹਦੇ ਹੱਲ ਆ। ਭਾਵੇਂ ਜਿਹੜੀ ਹੁਣ ਅੱਜ ਜਿਹੜਾ ਕੰਮ ਬੰਦ ਕੀਤਾ ਵਾ, ਉਹ ਸੀਵਰ ਦਾ ਕੰਮ ਬੰਦ, ਸਫਾਈ ਦਾ ਕੰਮ ਬੰਦ, ਸਟੀਲ ਲਾਈਟ ਬੰਦ, ਮਾਲੀ ਬੇਲਦਾਰਾਂ ਦਾ ਕੰਮ ਬੰਦ। ਅਸੀਂ ਜੋ ਵੀ ਸਾਡੀਆਂ ਪ੍ਰੋਸੀਡੀਆਂ ਅਸੀਂ ਆਪਾਂ ਜਿਹੜਾ ਕੰਮ ਕਰਦੇ ਹਾਂ ਉਹ ਠੱਪਣੇ, ਉਹਦਾ ਜ਼ਿੰਮੇਵਾਰ ਜਿਹੜਾ ਉਹ ਨਗਰ ਨਿਗਮ ਪ੍ਰਸ਼ਾਸਨ ਹੋਏਗਾ। ਇੱਕ ਮੈਨੂੰ ਗੱਲ ਦੱਸੋ, ਤੁਹਾਡੇ ਸਮਾਜ ਤੋਂ ਕਈ ਕੌਂਸਲਰ ਨੇ, ਕਈ ਅੰਮ੍ਰਿਤਸਰ ਦੇ ਵਿੱਚ MLA ਵੀ ਹੈ, ਕਿਆ ਹਜੇ ਤੱਕ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ? ਮੈਂ ਇਹੋ ਬੇਨਤੀ ਕੀਤੀ, ਪਹਿਲਾਂ ਵੀ ਕੀਤੀ, ਹੁਣ ਵੀ ਕਰਦਾ ਕਿ ਪਹਿਲੇ ਸਮੇਂ ਵਿੱਚ ਵੀ ਅਸੀਂ ਆਪਣੇ ਸਿਰ ਦੇ ਉੱਤੇ ਉੱਠਦੇ ਹਾਂ, ਆਪਣੇ ਸਿਰ ਤੇ ਜੀਂਦੇ ਜਾਗਦੇ ਹਾਂ। ਸਾਡੀ ਪਹਿਲਾਂ ਵੀ ਕੋਈ ਸੁਣਾਈ ਨਹੀਂ ਕਰਦਾ, ਹੁਣ ਵੀ ਕੋਈ ਨਹੀਂ ਕਰਦਾ। ਕੱਲ ਪਰਸੋਂ ਦੇ ਅਖਬਾਰ 'ਚ ਬਿਆਨ ਵੀ ਲੱਗਦੇ ਆ, ਕਿਸੇ ਨੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਪੱਚਪ ਕਰਾਈਏ ਜਾਂ ਕਿਸੇ ਅਫੀਸਰ ਨੂੰ ਆਪਣੇ ਤੌਰ ਤੇ ਕਹਿਣ ਵੀ ਇਹਨਾਂ ਗਰੀਬਾਂ ਦਾ ਕੁਝ ਸੋਚੋ। ਇਹਨਾਂ ਦਾ ਹੱਕ ਬਣਦਾ, ਉਹਨਾਂ ਨੂੰ ਕਹਿਣਾ ਚਾਹੀਦਾ, ਲੇਕਿਨ ਉਹ ਕਰਦੇ ਨਹੀਂ ਪਏ। ਇਹ ਬੜੀ ਮੈਂ ਤਾਂ ਕਹਿੰਦਾ ਵੀ ਮੰਦਭਾਗੀ। ਉਹਨਾਂ ਜੀ ਸਮਾਜ ਨੂੰ ਨਹੀਂ ਚਾਹੀਦਾ ਇਹੋ ਜਿਹੇ ਲੀਡਰ ਅੱਗੇ ਲਿਆਏ ਜਿਹੜੇ ਲੋਕ ਉਹਨਾਂ ਦੀ ਦੁੱਖ ਤਕਲੀਫ ਨੂੰ ਸਮਝਣ ਤੇ ਉਹਨਾਂ ਦੀ ਆਵਾਜ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ। ਇਸ ਚੀਜ਼ ਦੇ ਉੱਤੇ ਵੀ ਤੁਹਾਨੂੰ ਕੋਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਮੈਨੂੰ ਤੇ ਇਹੋ ਰਣਨੀਤੀ ਤਿਆਰ ਕਰਨੀ ਚਾਹੀਦੀ। ਮੈਂ ਤਾਂ ਆਪਾਂ ਇਹ ਗੱਲ ਕਹੀ ਆ ਵੀ ਆਉਣ ਵਾਲੇ ਸਮੇਂ ਨਵੀਂ ਸਰਕਾਰ ਜਿਹੜੀ ਵੀ ਬਣੇਗੀ, ਅਸੀਂ ਹੋ ਸਕਦਾ ਹੈ ਕਿ ਆਪ ਕੌਂਸਲਰਾਂ ਦੀ ਸੀਟਾਂ ਲੜਾਂਗੇ, ਆਪ MLA ਨੂੰ ਗਾੜੀ ਲਿਆਵਾਂਗੇ। ਅਸੀਂ ਕਹਾਂਗੇ ਵੱਧ ਤੋਂ ਵੱਧ ਆਪਣੇ ਜੀਆਂ ਨੂੰ ਗਾੜੀ ਲਿਆਉਣਾ ਚਾਹੀਦਾ। ਕਿਉਂ ਜਿਹੜੇ ਜੀ ਸਾਡੇ ਮਦਦ ਨਹੀਂ ਕਰਦੇ, ਅਸੀਂ ਉਹਨਾਂ ਦੇ ਨਾਲ ਨਹੀਂ ਰਵਾਂਗੇ। ਅਸੀਂ ਆਪਣੇ ਤੌਰ ਤੇ ਹੀ ਆਪਣੇ ਬਲਬੂਟੇ ਤੇ ਜੀਵਾਂਗੇ ਔਰ ਆਪਣੇ ਨਵੇਂ ਕੌਂਸਲ ਖਿਲਾਰਾਂਗੇ। ਐਸੀ ਸਾਡੇ ਨਾਲ ਚੇਅਰਮੈਨ ਸਾਹਿਬ, ਉਹ ਆਓ ਕੁਝ ਹੋਰ ਲੋਕਾਂ ਨਾਲ ਗੱਲ ਕਰਦੇ ਹਾਂ।